ਮਾਲ ਕਰ ਰਹੇ ਨੇ। ਸੋ ਪਾਸਟਰ ਅੰਕੁਰ ਜੀ ਤੁਹਾਡਾ ਬਹੁਤ ਸਵਾਗਤ ਹੈ ਜੈ ਮਸੀਹ ਦੀ। ਸਾਰਿਆਂ ਨੂੰ ਜੈ ਮਸੀਹ। ਔਰ ਤੁਹਾਡਾ ਬਹੁਤ ਧੰਨਵਾਦ, ਤੁਸੀਂ ਕੀਮਤੀ ਸਮਾਂ ਕੱਢਿਆ ਔਰ ਸਾਡੇ ਪ੍ਰੋਗਰਾਮ ਵਿੱਚ ਆਏ ਤਾਂ ਕਿ ਦਰਸ਼ਕ ਸਾਡੇ ਬਰਕਤ ਪਾ ਸਕਣ। ਔਰ ਸਾਡੇ ਦਰਸ਼ਕ ਤੁਹਾਡੇ ਕੋ ਸ਼ੁਰੂ ਚਾਹੇ ਜ਼ਰੂਰ ਜਾਣਨਾ ਚਾਹਣਗੇ ਤੁਹਾਡੇ ਬਾਰੇ, ਕਿਉਂਕਿ ਬਹੁਤ ਸਾਰੇ ਲੋਕ ਨੇ ਜੋ ਤੁਹਾਨੂੰ ਜਾਣਦੇ ਨੇ, ਲੇਕਿਨ ਹੋ ਸਕਦਾ ਹੈ ਕੁਝ ਦਰਸ਼ਕ ਐਸੇ ਵੀ ਹੋਣ ਜੋ ਨਾ ਜਾਣਦੇ ਹੋਣ। ਤੇ ਮੈਂ ਚਾਹੁੰਦਾ ਕਿ ਤੁਸੀਂ ਆਪਣੇ ਬਾਰੇ ਦੱਸੋ ਕਿ ਕਿਸ ਤਰ੍ਹਾਂ ਤੁਸੀਂ ਪ੍ਰਭੂ ਯਿਸੂ ਮਸੀਹ ਵਿੱਚ ਆਏ ਔਰ ਅੱਜ ਪ੍ਰਭੂ ਯਿਸੂ ਮਸੀਹ ਤੁਹਾਡੇ ਦਿਲ 'ਚ ਕੀ ਪਾਇਆ ਔਰ ਕਿੱਦਾਂ ਤੁਹਾਨੂੰ ਇਸਤੇਮਾਲ ਕਰ ਰਹੇ ਨੇ ਔਰ ਕਿਹੜੀ ਜਗ੍ਹਾ ਕਰ ਰਹੇ ਨੇ। ਮੈਂ ਬਹੁਤ ਖੁਸ਼ ਹਾਂ ਅੱਜ ਪਰਮੇਸ਼ਵਰ ਦੇ ਫਿਰ ਤੋਂ ਮੈਨੂੰ ਪਰਮੇਸ਼ਵਰ ਗਵਾਹੀ ਸ਼ੇਅਰ ਕਰਨ ਦਾ ਮੌਕਾ ਦੇ ਰਹੇ ਜੀ। ਜਿਸ ਤਰ੍ਹਾਂ ਬਾਈਬਲ 'ਚ ਲਿਖਿਆ ਕਿ ਅਸੀਂ ਉਹਨੂੰ ਨਹੀਂ ਚੁਣਦੇ, ਬਿਲਕੁਲ ਲਿਖਿਆ ਯਿਸੂ ਮਸੀਹ ਨੇ ਕਿਹਾ ਤੂੰ ਮੈਨੂੰ ਨਹੀਂ ਚੁਣਿਆ, ਮੈਂ ਤੈਨੂੰ ਚੁਣਿਆ ਅਤੇ ਮੈਂ ਤੈਨੂੰ ਠਹਿਰਾਇਆ ਕਿ ਤੂੰ ਫਲ ਲੈ ਕੇ ਆਏ। ਜੀ। ਉਸੇ ਤਰ੍ਹਾਂ 2004 ਦੇ ਵਿੱਚ ਮੈਂ ਪਰਮੇਸ਼ਵਰ ਦੇ ਵਿੱਚ ਆਇਆ, ਉਹ ਵੀ ਇੱਕ ਹਿੰਦੂ ਵਿਅਕਤੀ ਦੀ ਗਵਾਹੀ ਦੇ ਨਾਲ। ਜੀ। ਕਿਉਂਕਿ ਮੈਂ ਕੰਪਿਊਟਰ ਇੰਜੀਨੀਅਰ ਹਾਂ ਔਰ ਜਦੋਂ ਪੜ੍ਹਾਈ ਦੇ ਵਕਤ ਨਸ਼ਿਆਂ ਦੇ ਵਿੱਚ ਜਾਣ ਕਰਕੇ ਔਰ ਮੇਰੇ ਦਾਦਾ ਜੀ ਕੈਂਸਰ ਦੇ ਮਰੀਜ਼ ਸਨ ਜੀ ਔਰ ਉਹਨਾਂ ਦੇ ਉੱਤੇ ਲੋਕ ਪ੍ਰਾਰਥਨਾ ਕਰਨ ਦੇ ਲਈ ਆਉਂਦੇ ਸਨ ਜੀ। ਤੇ ਜਦੋਂ ਉਹਨਾਂ ਦੀ ਪ੍ਰਾਰਥਨਾ ਹੋਈ ਮੈਨੂੰ ਯਿਸੂ ਮਸੀਹ ਦੇ ਬਾਰੇ ਪਤਾ ਚੱਲਿਆ। ਲੇਕਿਨ ਮੇਰਾ ਵਿਸ਼ਵਾਸ ਇਹ ਸੀਗਾ ਔਰ ਮੈਂ ਇਹ ਬੋਲਦਾ ਸੀਗਾ ਕਿ ਇਹ ਜਿਹੜਾ ਧਰਮ ਹੈ ਇਹ ਈਸਾਈਆਂ ਦਾ ਧਰਮ ਹੈ, ਇਹ ਅੰਗਰੇਜ਼ ਲੋਕ ਆਪਣਾ ਧਰਮ ਛੱਡ ਗਏ। ਜੀ ਜੀ। ਅਸੀਂ ਖੱਤਰੀ ਹਾਂ, ਅਸੀਂ ਹਿੰਦੂ ਸਿੱਖ ਪਰਿਵਾਰਾਂ ਦੇ ਵਿੱਚੋਂ ਹਾਂ ਅਤੇ ਇਹ ਸਾਡੇ ਲਈ ਨਹੀਂ ਹੈ। ਜੀ। ਲੇਕਿਨ ਮੇਰੇ ਮਾਤਾ ਪਿਤਾ ਇਸ ਗੱਲ ਨੂੰ ਨਾ ਮੰਨਦੇ ਹੋਏ ਚਰਚ ਦੇ ਵਿੱਚ ਗਏ ਔਰ ਉਹ ਲਗਾਤਾਰ ਉਹਨਾਂ ਨੇ ਚਰਚ ਜਾਣਾ ਸ਼ੁਰੂ ਕਰ ਦਿੱਤਾ, ਜਿਹੜੀ ਗੱਲ ਮੈਨੂੰ ਬਿਲਕੁਲ ਪਸੰਦ ਨਹੀਂ ਸੀ ਕਿਉਂਕਿ ਮੇਰੀਆਂ ਭਾਵਨਾਵਾਂ ਜਿਹੜੀਆਂ ਸੀਗੀਆਂ ਉਹ ਪੁਰਾਣੇ ਤਰੀਕੇ ਨਾਲ ਜੁੜੀਆਂ ਹੋਈਆਂ ਸੀ। ਜੀ ਜੀ। ਜਦੋਂ ਉਹਨਾਂ ਨੇ ਚਰਚ ਜਾਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਮੈਂ ਉਹਨਾਂ ਦਾ ਵਿਰੋਧ ਕੀਤਾ, ਉਹਨਾਂ ਨੂੰ ਰੋਕਣਾ ਸ਼ੁਰੂ ਕੀਤਾ ਔਰ ਮੈਂ ਉਹਨਾਂ ਨੂੰ ਵਾਪਸ ਇੱਕ ਦਿਨ ਚਰਚ ਜਾਣ ਤੋਂ ਮਨਾ ਕਰਕੇ ਵਾਪਸ ਲੈ ਕੇ ਆਇਆ। ਲੇਕਿਨ ਮੈਂ ਨਹੀਂ ਸੀ ਜਾਣਦਾ ਬਾਈਬਲ 'ਚ ਲਿਖਿਆ ਕਿ ਪਰਮੇਸ਼ਵਰ ਦੇ ਹੱਥਾਂ 'ਚ ਪੈਣਾ ਬਹੁਤ ਭਿਅੰਕਰ ਗੱਲ ਹੈ। ਥੋੜ੍ਹੇ ਦਿਨਾਂ ਬਾਅਦ ਮੇਰੇ ਨਸ਼ੇ ਵਧਣੇ ਸ਼ੁਰੂ ਹੋ ਗਏ ਜੀ। ਬਿਮਾਰੀਆਂ ਆਉਣੀਆਂ ਸ਼ੁਰੂ ਹੋ ਗਈਆਂ ਔਰ ਇੱਕ ਦਿਨ ਇੱਕ ਕੁੱਤੇ ਨੇ ਮੈਨੂੰ ਕੱਟਿਆ ਔਰ ਮੈਂ ਮੈਂਟਲੀ ਅਪਸੈਟ ਹੋ ਗਿਆ। ਜਦੋਂ ਮੈਂਟਲੀ ਅਪਸੈਟ ਹੋਇਆ, ਜੋ ਡਾਕਟਰਾਂ ਨੇ ਜਦੋਂ ਹੋਰ ਵੀ ਬਿਮਾਰੀਆਂ ਵਧੀਆਂ, ਜਦੋਂ ਡਾਕਟਰਾਂ ਨੇ ਜਿੱਥੇ ਮੈਨੂੰ ਮਾਨ ਸੀਗਾ ਮੈਂ ਹਰ ਜਗ੍ਹਾ ਗਿਆ ਔਰ ਮੈਨੂੰ ਜਵਾਬ ਮਿਲਿਆ, ਜਦੋਂ ਪਤਾ ਲੱਗਾ ਕਿ ਹੁਣ ਮੇਰੀ ਲਾਈਫ ਖਤਮ ਹੋ ਚੁੱਕੀ ਔਰ ਜਿਸ ਦਿਨ ਮੈਂ ਓਵਰਡੋਜ਼ ਲੈ ਕੇ ਨਸ਼ੇ ਦੀ ਸੁਸਾਈਡ ਕਰਨ ਜਾ ਰਿਹਾ ਸੀਗਾ, ਇੱਕ ਹਿੰਦੂ ਪਰਿਵਾਰ ਜਿਹੜਾ ਪਰਮੇਸ਼ਵਰ ਯਿਸੂ ਮਸੀਹ 'ਤੇ ਵਿਸ਼ਵਾਸ ਕਰਦਾ ਸੀਗਾ ਉਹ ਮੈਨੂੰ ਮਿਲਿਆ ਔਰ ਉਹਨੇ ਦੱਸਿਆ ਕਿ ਪੂਰੀ ਬਾਈਬਲ 'ਚ ਕਿਤੇ ਨਹੀਂ ਲਿਖਿਆ ਕਿ ਯਿਸੂ ਮਸੀਹ ਧਰਮ ਜਾਂ ਤੇਰੀ ਜ਼ਾਤ ਨੂੰ ਬਦਲਣ ਦੇ ਲਈ ਆਏ। ਬਾਈਬਲ 'ਚ ਲਿਖਿਆ ਕਹਿੰਦਾ ਮੈਂ ਤੁਹਾਨੂੰ ਬਚਾਉਣ ਦੇ ਲਈ ਆਇਆ। ਆਮੀਨ। ਤੇ ਜਦੋਂ ਤੁਸੀਂ ਦੱਸਿਆ ਕਿ ਪਰਮੇਸ਼ਵਰ ਨੇ ਕਿਹਾ ਮੈਂ ਰਾਹ, ਮੈਂ ਸੱਚ ਹਾਂ, ਮੈਂ ਹੀ ਜੀਵਨ ਹਾਂ। ਆਮੀਨ। ਜਦੋਂ ਉਹਨਾਂ ਨੇ ਪਰਮੇਸ਼ਵਰ ਦਾ ਵਚਨ ਦੱਸਿਆ ਤੇ ਉਸ ਟਾਈਮ ਮੈਂ ਕਬੂਲ ਤਾਂ ਨਹੀਂ ਕੀਤਾ ਪੂਰੀ ਤਰ੍ਹਾਂ, ਪਰ ਮੈਨੂੰ ਇੱਕ ਗੱਲ ਸੀ ਕਿ ਮੈਂ ਹਰ ਜਗ੍ਹਾ ਜਾ ਕੇ ਦੇਖ ਚੁੱਕਾ ਤੇ ਕਿਉਂ ਨਾ ਮੈਂ ਚਰਚ ਵੀ ਜਾ ਕੇ ਦੇਖਾਂ, ਕਿਉਂਕਿ ਉਸ ਟਾਈਮ ਮੇਰਾ ਸਾਰੀਆਂ ਚੀਜ਼ਾਂ ਟੁੱਟ ਚੁੱਕੀਆਂ ਸੀ, ਮੈਂ ਟੁੱਟ ਚੁੱਕਾ ਸੀ ਬਿਲਕੁਲ। ਔਰ ਜਿਸ ਦਿਨ ਮੈਂ ਆਤਮ ਹੱਤਿਆ ਕਰਨੀ ਸੀ ਉਸ ਸੇਮ ਰਾਤ, ਮੈਨੂੰ ਅੱਜ ਵੀ ਯਾਦ ਹੈ 16 ਅਗਸਤ 2004 ਸੋਮਵਾਰ ਦਾ ਦਿਨ ਰਾਤ ਉਹ ਵਿਅਕਤੀ ਮੈਨੂੰ ਮਿਲਿਆ, ਉਹਨੇ ਪਰਮੇਸ਼ਵਰ ਬਾਰੇ ਦੱਸਿਆ। ਉਸ ਦਿਨ ਮੈਂ ਬਾਈਬਲ ਨੂੰ, ਮੈਂ ਪੜ੍ਹਿਆ ਲਿਖਿਆ ਸੀਗਾ, ਕੰਪਿਊਟਰ ਇੰਜੀਨੀਅਰ ਸੀਗਾ, ਬਾਈਬਲ ਨੂੰ ਪੜ੍ਹਨਾ ਸਟਾਰਟ ਕੀਤਾ ਔਰ ਜਦ ਮੈਂ ਇਸ ਬਾਈਬਲ ਨੂੰ ਪੜ੍ਹਨਾ ਸਟਾਰਟ ਕੀਤਾ ਇਹਦੇ 'ਚ ਇੱਕ ਵੀ ਸ਼ਬਦ ਨਹੀਂ ਲਿਖਿਆ ਹੋਇਆ ਸੀ ਕਿ ਮੈਂ ਈਸਾਈ ਧਰਮ ਦਾ ਪਰਮੇਸ਼ਵਰ ਹਾਂ। ਇਹ ਪੂਰੀ ਬਾਈਬਲ ਨੂੰ ਮੈਂ ਪੜ੍ਹਿਆ, ਪੁਰਾਣਾ ਨਿਯਮ ਤੋਂ ਲੈ ਕੇ ਯਿਸੂ ਮਸੀਹ ਦੇ ਜਨਮ ਤੋਂ ਪਹਿਲਾਂ, ਯਿਸੂ ਮਸੀਹ ਦੇ ਜਨਮ ਤੋਂ ਬਾਅਦ, ਇਹਦੇ 'ਚ ਇੱਕ ਵੀ ਸ਼ਬਦ ਨਹੀਂ ਮੈਨੂੰ ਮਿਲਿਆ ਕਿ ਮੈਂ ਈਸਾਈ ਧਰਮ ਦਾ ਪਰਮੇਸ਼ਵਰ ਹਾਂ ਜਾਂ ਮੈਂ ਹਿੰਦੂਆਂ ਦਾ ਪਰਮੇਸ਼ਵਰ ਨਹੀਂ ਹਾਂ, ਮੈਂ ਸਿੱਖਾਂ ਦਾ ਪਰਮੇਸ਼ਵਰ ਨਹੀਂ ਹਾਂ। ਜਦੋਂ ਮੈਂ ਬਾਈਬਲ ਨੂੰ ਪੜ੍ਹਨਾ ਸਟਾਰਟ ਕੀਤਾ ਇਹਦੇ 'ਚ ਸਿਰਫ ਇਹੀ ਜ਼ਿਕਰ ਸੀਗਾ ਕਿ ਇਨਸਾਨ ਆਪਣੇ ਪਾਪ ਦੇ ਕਰਕੇ ਪਰਮੇਸ਼ਵਰ ਤੋਂ ਦੂਰ ਹੋਇਆ। ਜੇ ਉਹਨੇ ਪਾਪ ਨਹੀਂ ਕੀਤਾ ਤੇ ਉਹਦੇ ਬਾਪ ਦਾਦਿਆਂ ਨੇ ਪਾਪ ਕੀਤਾ ਤੇ ਉਹ ਪਰਮੇਸ਼ਵਰ ਤੋਂ ਦੂਰ ਹੋਇਆ। ਔਰ ਅੱਜ ਅਗਰ ਅਸੀਂ ਚਾਹੁੰਦੇ ਹਾਂ ਪਰਮੇਸ਼ਵਰ ਸਾਡੀ ਜ਼ਿੰਦਗੀ 'ਚ ਆਉਣ ਤੇ ਸਾਨੂੰ ਵਿਸ਼ਵਾਸ ਕਰਨਾ ਪਊਗਾ ਯਿਸੂ ਮਸੀਹ ਮੇਰੇ ਲਈ ਮਾਰੇ ਗਏ, ਗਾੜੇ ਗਏ, ਤੀਸਰੇ ਦਿਨ ਮੁਰਦਿਆਂ ਤੋਂ ਜੀ ਉੱਠੇ ਔਰ ਅੱਜ ਵੀ ਜਿਉਂਦੇ ਸਾਡੇ ਵਿਚਕਾਰ ਆਪਣੀ ਆਤਮਾ ਦੇ ਵਸੀਲੇ ਦੇ ਨਾਲ। ਬਿਲਕੁਲ ਤੁਸੀਂ ਸਹੀ ਗੱਲ ਕਹੀ। ਬਾਈਬਲ 'ਚ ਵੀ ਲਿਖਿਆ ਹੈ ਕਿ ਇੱਕ ਨੇ ਗੁਨਾਹ ਕੀਤਾ, ਆਦਮ ਨੇ ਗੁਨਾਹ ਕੀਤਾ, ਉਹਦੇ ਕਰਕੇ ਸਾਰੇ ਗੁਨਾਹਗਾਰ ਹੋ ਗਏ, ਕਿਉਂਕਿ ਅੱਗੇ ਉਹ ਪੀੜ੍ਹੀ ਉਹੀ ਗੁਨਾਹ ਦਾ ਭਰਿਆ ਹੋਇਆ ਲਹੂ ਜਿਹੜਾ ਹੈ ਇਨਸਾਨ ਤੋਂ ਇਨਸਾਨ ਤੱਕ ਜਾਂਦਾ ਰਿਹਾ। ਲੇਕਿਨ ਪ੍ਰਭੂ ਯਿਸੂ ਮਸੀਹ ਨੇ ਇਸ ਦੁਨੀਆ 'ਚ ਆ ਕੇ ਸਾਨੂੰ ਇੱਕ ਨਵੀਂ ਸ਼ੁਰੂਆਤ ਦਿੱਤੀ, ਨਈ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਤਾਂ ਕਿ ਅਸੀਂ ਉਹਨਾਂ ਦੇ ਨਹੁੰ ਨਾ ਧੁੱਪ ਜਾਈਏ ਔਰ ਇੱਕ ਨਵੀਂ ਜ਼ਿੰਦਗੀ ਜੀ। ਔਰ ਜਦੋਂ ਮੈਨੂੰ ਕੋਈ ਆਦਮ ਤੇ ਹਵਾ ਦੀ ਸਟੋਰੀ ਸੁਣਾਉਂਦਾ ਸੀ ਤੇ ਮੈਨੂੰ ਇਹ ਬੱਚਿਆਂ ਦੀਆਂ ਸਟੋਰੀਆਂ ਲੱਗਦੀਆਂ ਸੀ ਜੀ, ਕਿਉਂਕਿ ਮੈਂ ਕੰਪਿਊਟਰ ਇੰਜੀਨੀਅਰ ਹੀ ਚੰਡੀਗੜ੍ਹ ਪੜ੍ਹਿਆ, ਜਲੰਧਰ 'ਚ ਰਿਹਾ, ਬਿਜ਼ਨਸਮੈਨ ਮੈਂ ਘਰਾਣੇ ਦੇ ਵਿੱਚੋਂ ਸੀਗਾ। ਇਹ ਮੈਨੂੰ ਬੱਚਿਆਂ ਦੀਆਂ ਕਹਾਣੀਆਂ ਲੱਗਦੀਆਂ ਜਿਹੜੀਆਂ ਬੱਚਿਆਂ ਨੂੰ ਸੁਣਾਉਂਦੇ ਆਪਾਂ ਜਾਂ ਲੋਕਾਂ ਨੂੰ ਸੁਣਾਉਂਦੇ ਹਾਂ ਰੱਬ ਦੇ ਨੇੜੇ ਲੈ ਕੇ ਜਾਣ ਦੇ ਲਈ। ਲੇਕਿਨ ਜਦ ਤੱਕ ਮੈਂ ਖੁਦ ਐਕਸਪੀਰੀਅੰਸ ਨਹੀਂ ਕੀਤਾ,
जब तक मैं खुद बीमारियां च नहीं गया, नशियां च नहीं गया, सुसाइड करन तक इन्नी बुरी हालत च नहीं गया, तब तक मैनू सचमुच पता नहीं चलिया कि ये स्टोरी नहीं है। अज भी मैं चर्च च लोगों को दसदा कि आदम हवा की कोई स्टोरी नहीं है जी तुहाडे इंटरटेनमेंट लई। ये स्टोरी तुहानू रंक तो राजा बना सकती है, बीमार तो चंगियाई वाल लैके जा सकती है, तुहाडी जिंदगियां नू, तुहाडे परिवारां नू, तुहाडे देश नू बदलण दी स्टोरी ताकत रखती। जो परमेश्वर नू मैं समझिया, जानिया और बाइबल च पढ़िया कि किते भी कोई धर्म का जिक्र नहीं है। धर्म तोड़दा है, यीशु मसीह जोड़ते हैं। यीशु मसीह ने किते नहीं लिखा, उन्हें क्या मैं राह, मैं रस्ता, मैं सच्चाई, मैं जीवन। अगर तेनू रस्ता नहीं नज़र आ रहा मेरे को आ, अगर तेनू सच्चाई नहीं पता तो मेरे को आ। जो मैं परमेश्वर के वचन को समझना शुरू किया, परमेश्वर को जानना शुरू किया, अपनी जिंदगी को परमेश्वर के वचनों के मुताबिक चलाना शुरू किया, परमेश्वर ने मेरी जिंदगी काम करना शुरू किया। जोड़े नशे छड़ के 12 बजे तक मैनू चक्कर आने शुरू होंगे सी और मेरी बॉडी रिस्पॉन्स नहीं सी देती, वो नशे छड्डन तो बाद मैनू कुछ नहीं होया। 3 महीने बाद मसीह चाहन तो बाद बपतिस्मा लिया, परमेश्वर की कमां करना स्टार्ट किया। परमेश्वर ने डे बाय डे, दिन प्रति दिन मेरी जिंदगी च काम किया, मेरे पापा नू माफ़ किया, मैनू दसिया कि वह किसी धर्म का नहीं, किसी जात का नहीं, बल्कि वह मेरा परमेश्वर है। बिल्कुल परमेश्वर का नाम जलाल मिले और तुहाडी गवाही च बड़ा समर्थ है कि किस तरह तुसी अपनी जिंदगी के आखिरी समय च आए और अपनी जान लेना चाहते ही और तुसीं थक टुट गए सी, लेकिन उस वेले प्रभु यीशु मसीह तुहानू मिले। लेकिन तुहाडी जिंदगी सेवकाई की शुरुआत किद्दां हुई थी? प्रभु नू तो जाने आ, लेकिन किद्दां तुहाडे दिल च आया कि क्यों मैं प्रभु की सेवा करनी है और लोगों तक प्रभु का वचन पहुँचाना? जिस तरह यीशु मसीह ने कहा, जब तक पिता किसी को खिंचे ना, कोई पिता के कोल नहीं आ सकता। बिल्कुल। जिदा वचन अगर पढ़ते हैं परमेश्वर के वचन तो लूका उहदी 4 उहदी 19 आयत जो पढ़ते हैं, असी 18 आयत तो पढ़ते हैं, लिखा प्रभु का आत्मा मुझ पे है, इसलिए कि उसने कंगालों को सुसमाचार सुनाने के लिए मेरा अभिषेक किया है और मुझे इसलिए भेजा है कि बंदियों को छुटकारे का और अंधों को दृष्टि पाने का सुसमाचार प्रचार करूं और कुचले हुओं को छुड़ाऊं और प्रभु के प्रसन्न रहने के वर्ष का प्रचार करूं। जो तो मैनू ये गल दी समझ आई कि परमेश्वर ने कहा कि मैं यहोवा पिता दे प्रसन्न रहने दे वर्ष का प्रचार करना जी। मैनू समझ आई कि लोग कहते सी ये गॉस्पल है, गॉस्पल है, गुड न्यूज़ है। गुड न्यूज़ है कि प्रसन्न रहने का वर्ष पुराने जमाने हुंदा सी, जदों किसी रियासत नूं, किसी राजे की सल्तनत नूं जदों 50 साल हो जाते सी, वो 50वें साल दे विच अपने सारे कर्जदारां नूं, अपने कैदियां नूं, जिन्हां ने बलात्कार किया, जिन्हां ने मारिया, जिन्हां ने अलग अलग जिहड़े हुंदे सी बलात्कारी अपराधी, उन्हां नूं छड्ड दिंदे सी 50वें साल। 50वें साल उन्होंने फ्री कर दें, वो प्रसन्न खुश रहने का वर्ष हुंदा सी। उसी तरह यीशु मसीह ने कहा कि मैं प्रसन्न रहने दे वर्ष का प्रचार करना आया कि अज तेनू अगर तू कैदी है, अगर अज तू पाप किते है, तू गुनाह किते है पुरानी जिंदगी तो तेनू जकड़े रहने की लोड़ नहीं, मैं तेनू प्रसन्न रहने वाले वर्ष का प्रचार करने दुनिया के विच आया। तो मैं बाइबल च समझा कि परमेश्वर उस वर्ष का प्रचार करने के लिए आए जिस वर्ष मैं आज़ाद हाँ, मैनू अपने गुनाहों की सज़ा लैन की लोड़ नहीं है। जे मैं कोई गलत काम किया तो मैनू सज़ा लैन की लोड़ नहीं है। अगर मैं परमेश्वर को अज माफ़ी मंगता कि परमेश्वर मैनू माफ़ कर, मैं विश्वास करता तेरे सुसमाचार के उत्ते, और जिदा ही मैं चर्च जाना शुरू किया और परमेश्वर के वचनों पर विश्वास करना शुरू किया, कुछ चंगियाइयां परमेश्वर ने मैनू दे दित्तियां। नशा तो आज़ाद हो गया, दुष्ट आत्मावां तो आज़ाद हो गया, बीमारियां तो आज़ाद हो गया। लेकिन जिस तरह बाइबल च लिखा कि कोई पिता के कोल नहीं जा सकता जब तक पिता ना उन्होंने खिंचे। फिर कुछ चीज़ां ऐसियां सीगियां जिहड़ियां परमेश्वर ने मेरी जिंदगी च कंप्लीट नहीं कीतियां, मैनू चैक करन दे लई, मैनू देखण दे लई कि मैं परमेश्वर यीशु मसीह नूं प्यार करदा या मैं हल्ले भी अकली अपनी आशीष दे लई परमेश्वर दे कोल आया। बाइबल च लिखा परमेश्वर दिलों ते गुरदियां नूं जांचण वाले परमेश्वर। लिखा वो इजराइलियां नूं परखदे रहे अलग अलग आग्यावां नूं दे के कि इजराइली जिहड़े आ मेरे हुक्मां ते चलदे हैं या नहीं चलते। और जो मैं परमेश्वर दे कोल आया, कुछ इदां दीयां प्रॉब्लम्स मेरी लाइफ च रह गई जिन्हां दा कोई हल नहीं सी, प्रार्थना करन दे बावजूद भी, बाइबल पढ़न दे बावजूद भी, क्योंकि बाइबल च लिखिया वो तुहाडीआं मुसीबतां नूं इस्तेमाल करदे। अगर हन्ना बांझ ना हुंदी वो कभी भी परमेश्वर के भवन च जाके ना कहती कि प्रभु जे तू मैनू बेटा दें तो मैं तेनू दे दांगी। बाइबल के मुताबिक जिहड़ा उहदा बेटा सीगा परमेश्वर ने ठहराया सी कि मैं इहनूं शैमुअल दवांगा जी। बिल्कुल। पर कोई भी औरत इन्नी जल्दी अपने बेटे नूं, अपने बच्चे नूं प्रभु के भवन च सदा लई नहीं होएगी। उहदे दुख ने उहनूं तैयार किया। बिल्कुल।
ਜਿਹੜਾ ਉਹਦਾ ਦੁੱਖ ਸੀਗਾ ਉਹਨੇ ਉਹਨੂੰ ਤਿਆਰ ਕੀਤਾ ਕਿ ਉਹ ਪਰਮੇਸ਼ਵਰ ਦੀ ਯੋਜਨਾ ਨੂੰ ਸਮਝੇ। ਪਰਮੇਸ਼ਵਰ 'ਚ ਆਏ ਦੁੱਖ ਤੇ ਦੁਨੀਆ ਦੇ ਦੁੱਖਾਂ 'ਚ ਬਹੁਤ ਫਰਕ ਹੈ। ਮਸੀਹ 'ਚ ਆਉਣ ਤੋਂ ਪਹਿਲਾਂ ਦੇ ਦੁੱਖ ਮੈਨੂੰ ਨਿਰਾਸ਼ ਕਰਦੇ ਸੀ, ਮੈਨੂੰ ਤੋੜਦੇ ਸੀ, ਆਤਮ ਹੱਤਿਆ ਕਰਨ 'ਚ ਮਜਬੂਰ ਕਰਦੇ ਸੀ। ਲੇਕਿਨ ਮਸੀਹ 'ਚ ਆਉਣ ਤੋਂ ਬਾਅਦ ਆਏ ਦੁੱਖ ਉਹਨਾਂ ਨੇ ਮੈਨੂੰ ਤਿਆਰ ਕੀਤਾ ਕਿ ਮੈਂ ਰੱਬ ਦੇ ਹੋਰ ਨੇੜੇ ਜਾਵਾਂ ਤੇ ਹੋਰ ਤਾਕਤਵਰ ਬਣਾ ਆਪਣੀ ਜ਼ਿੰਦਗੀ ਦੇ ਵਿੱਚ। ਜਿਸ ਤਰ੍ਹਾਂ ਹੰਨਾ ਨੂੰ ਸਮਝ ਆਈ ਕਿ ਪਰਮੇਸ਼ਵਰ ਮੇਰੇ ਤੋਂ ਇਹ ਚਾਹੁੰਦੇ ਹੈ ਕਿ ਮੈਂ ਆਪਣਾ ਜਿਹੜਾ ਬੱਚਾ ਹੈ ਉਹ ਪਰਮੇਸ਼ਵਰ ਨੂੰ ਦੇਵਾਂ, ਤੇ ਪਰਮੇਸ਼ਵਰ ਨੇ ਉਹਨੂੰ ਦੁੱਖ ਦਿੱਤਾ ਔਰ ਦੁੱਖ ਦੇ ਦੇ ਕੇ ਉਹਨੂੰ ਤਿਆਰ ਕੀਤਾ। ਜਿਸ ਤਰ੍ਹਾਂ ਬਾਈਬਲ 'ਚ ਲਿਖਿਆ, ਮੂਸਾ ਜਦੋਂ ਗੱਦੀ ਤੇ ਸੀਗਾ ਔਰ ਪਰਮੇਸ਼ਵਰ ਨੇ ਕਿਹਾ ਕਿ ਮੈਂ ਇਜ਼ਰਾਈਲੀਆਂ ਨੂੰ ਛੁਡਾਵਾਂਗਾ ਜਿਹੜੇ ਮਿਸਰ ਦੇ ਵਿੱਚ ਫਸੇ ਹੋਏ ਨੇ, ਗੁਲਾਮੀ 'ਚ ਫਸੇ ਨੇ। ਬਾਈਬਲ 'ਚ ਲਿਖਿਆ, ਮੂਸਾ ਨੂੰ 40 ਸਾਲ ਪਰਮੇਸ਼ਵਰ ਨੇ ਮੈਦਾਨ ਦੇਸ਼ ਦੇ ਵਿੱਚ ਰੱਖਿਆ। 40 ਸਾਲ ਕਾਹਦੇ ਲਈ ਰੱਖਿਆ ਪਰਮੇਸ਼ਵਰ ਨੇ? ਪਰਮੇਸ਼ਵਰ ਇਸ ਦੁੱਖਾਂ ਦੇ ਟਾਈਮ 'ਚ ਹਮੇਸ਼ਾ ਤਿਆਰ ਕਰਦਾ ਜੇ ਉਹ ਆਪਣੀ ਮਹਿਮਾ ਤੁਹਾਡੇ ਤੋਂ ਲੈਣਾ ਚਾਹੁੰਦਾ। ਜਦੋਂ ਹੰਨਾ ਇਹ ਸਮਝ ਗਈ ਕਿ ਹਾਂ ਇਹ ਪਰਮੇਸ਼ਵਰ ਵੱਲੋਂ ਦੁੱਖ ਹੈ। ਅਗਰ ਤੁਸੀਂ ਬਾਈਬਲ ਨੂੰ ਧਿਆਨ ਦੇ ਨਾਲ ਪੜ੍ਹੋ ਤੇ ਲਿਖਿਆ, ਹੰਨਾ ਦੀ ਕੁੱਖ ਨੂੰ ਯਹੋਵਾ ਨੇ ਬੰਦ ਕਰ ਦਿੱਤਾ ਸੀਗਾ, ਸ਼ੈਤਾਨ ਨੇ ਬੰਦ ਨਹੀਂ ਕੀਤਾ। ਲਿਖਿਆ ਯਹੋਵਾ ਨੇ ਉਹਦੀ ਕੁੱਖ ਨੂੰ ਬੰਦ ਕੀਤਾ ਕਿ ਜਦੋਂ ਪਰਮੇਸ਼ਵਰ ਨੇ ਉਹਦੀ ਕੁੱਖ ਨੂੰ ਬੰਦ ਕੀਤਾ ਕਿ ਉਹ ਪਰਮੇਸ਼ਵਰ ਨੂੰ ਲੱਭੇ, ਖੋਜੇ, ਪ੍ਰਾਰਥਨਾ ਕਰੇ ਔਰ ਪਰਮੇਸ਼ਵਰ ਨੂੰ ਪੁੱਛੇ ਕਿ ਪ੍ਰਭੂ ਕਿਉਂ ਤੂੰ ਇਸ ਤਰ੍ਹਾਂ ਕੀਤਾ। ਕਿਉਂਕਿ ਬਾਈਬਲ 'ਚ ਲਿਖਿਆ, ਧਰਤੀ ਦੇ ਉੱਪਰ ਇਸ ਆਸਮਾਨ ਦੇ ਨੀਚੇ ਅਗਰ ਤੁਸੀਂ ਮਸੀਹੀ ਹੋ, ਤੁਹਾਡੀ ਜ਼ਿੰਦਗੀ 'ਚ ਕੁਝ ਵੀ ਹੋਵੇ ਉਹ ਬਿਨਾਂ ਪਰਮੇਸ਼ਵਰ ਦੀ ਮਰਜ਼ੀ ਤੋਂ ਨਹੀਂ ਹੁੰਦਾ। ਸੋ ਤੁਹਾਡੇ ਦੁੱਖਾਂ ਵਿੱਚ, ਤੁਹਾਡੀ ਤਕਲੀਫ ਵਿੱਚ ਪਰਮੇਸ਼ਰ ਨੇ ਤੁਹਾਡੀ ਜ਼ਿੰਦਗੀ ਨੂੰ ਬਚਾਇਆ। ਔਰ ਲੇਕਿਨ ਉਸ ਤੋਂ ਬਾਅਦ ਜਿੱਦਾਂ ਪਰਮੇਸ਼ਰ ਦੇ ਪਿਆਰ ਨੂੰ ਤੁਸੀਂ ਜਾਣਿਆ, ਮੁਹੱਬਤ ਨੂੰ ਜਾਣਿਆ ਕਿ ਪ੍ਰਭੂ ਯੀਸ਼ੂ ਮਸੀਹ ਜ਼ਿੰਦਗੀ ਦੇਣ ਵਾਲੇ ਪਰਮੇਸ਼ਰ ਨੇ, ਔਰ ਕਿੱਦਾਂ ਪ੍ਰਭੂ ਯੀਸ਼ੂ ਮਸੀਹ ਨੇ ਆਜ਼ਾਦੀ ਦੇ ਇੱਕ ਦਿਨ ਦਾ, ਈਅਰ ਆਫ ਜੁਬਲੀ, ਇੱਕ ਛੁਟਕਾਰੇ ਦੇ ਦਿਨ ਦਾ ਪ੍ਰਭੂ ਯੀਸ਼ੂ ਮਸੀਹ ਨੇ ਪ੍ਰਚਾਰ ਕਰਨ ਵਾਲੇ ਬੋਲਿਆ, ਜੋ ਖੁਸ਼ਖਬਰੀ ਹੈ। ਕਿਉਂਕਿ ਅੱਜ ਅਸੀਂ ਦੁਨੀਆ 'ਚ ਦੇਖਦੇ ਹਾਂ ਇਨਸਾਨ ਆਪਣੇ ਗੁਨਾਹਾਂ ਵਿੱਚ ਬਹੁਤ ਦੱਬਿਆ ਹੋਇਆ ਹੈ ਔਰ ਇਨਸਾਨ ਆਪਣੇ ਗੁਨਾਹ ਤੋਂ ਮਾਫੀ ਪਾਉਣ ਲਈ ਕੀ ਕੁਝ ਨਹੀਂ ਕਰਦਾ। ਕਈ ਤਰ੍ਹਾਂ ਦੇ ਯਤਨ ਕਰਦਾ ਹੈ, ਕਈ ਦਿਨ ਭੁੱਖੇ ਰਹਿੰਦਾ ਹੈ, ਕਈ ਜਗ੍ਹਾ ਮੈਂ ਇੱਕ ਦਿਨ ਸਾਊਥ ਇੰਡੀਆ ਗਿਆ ਔਰ ਉੱਥੇ ਮੈਂ ਦੇਖਿਆ ਲੋਕ ਤਾਂ ਆਪਣੇ ਸਰੀਰ ਨੂੰ ਵੀ ਚੀਰ ਲੈਂਦੇ ਹੈ ਔਰ ਲੋਕਾਂ ਨੂੰ ਆਪਣੇ ਸਰੀਰ ਨੂੰ ਚੀਰਦੇ ਹੋਏ ਮੇਰਾ ਦਿਲ ਬਹੁਤ ਪਿਘਲ ਗਿਆ ਕਿ ਮੈਂ ਕਿਹਾ ਇਹਨਾਂ ਦੇ ਅੰਦਰ ਕਿੰਨੀ ਵੱਡੀ ਚਾਹ ਹੈ ਪਾਪ ਤੋਂ ਮਾਫੀ ਪਾਉਣ ਲਈ। ਲੇਕਿਨ ਧੰਨਵਾਦ ਹੋਵੇ ਉਸ ਪਰਮੇਸ਼ਰ ਦਾ ਜੋ ਖੁਦ ਸਾਡੇ ਲਈ ਚੀਰੇ ਗਏ, ਜਿਨ੍ਹਾਂ ਨੇ ਸਾਡੇ ਦੁੱਖਾਂ ਨੂੰ ਆਪਣੇ ਉੱਪਰ ਉਠਾਇਆ ਤਾਂ ਕਿ ਅਸੀਂ ਆਜ਼ਾਦੀ ਪਾ ਸਕੀਏ। ਸੋ ਇਸ ਤਰੀਕੇ ਜਿੱਦਾਂ ਤੁਹਾਡੀ ਜ਼ਿੰਦਗੀ ਬਦਲੀ ਔਰ ਪ੍ਰਭੂ ਨੇ ਤੁਹਾਡੇ ਨਾਲ ਗੱਲਬਾਤ ਕੀਤੀ। ਬਾਈਬਲ 'ਚ ਲਿਖਿਆ, ਤੁਹਾਡੇ ਚੰਗੇ ਕੰਮ ਤੁਹਾਨੂੰ ਬਚਾ ਨਹੀਂ ਸਕਦੇ। ਬਿਲਕੁਲ। ਤੁਹਾਡੇ ਧਰਮ ਦੇ ਕੰਮ ਮੈਲੇ ਚਿਥੜਿਆਂ ਦੇ ਸਮਾਨ। ਬਿਲਕੁਲ। ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਵਿਧਵਾ ਨੂੰ ਹੈਲਪ ਨਾ ਦਈਏ ਜਾਂ ਅਸੀਂ ਅਨਾਥਾਂ ਦੀ ਨਾ ਸੁਣੀਏ ਜਾਂ ਅਸੀਂ ਲੋਕਾਂ ਨੂੰ ਮਾਰ ਕੁੱਟ ਕਰਦੇ ਰਹੀਏ। ਇਹਦਾ ਮਤਲਬ ਇਹ ਹੈ ਕਿ ਤੁਸੀਂ ਪੁੱਠੇ ਲਟਕ ਕੇ ਜਾਂ ਪਹਾੜਾਂ ਦੇ ਉੱਤੇ ਜਾ ਕੇ ਭਗਤੀ ਕਰਕੇ ਜੇ ਤੁਸੀਂ ਆਪਣੀ ਭਗਤੀ ਦੇ ਨਾਲ ਬਚਣਾ ਚਾਹੁੰਦੇ ਹੋ ਤੇ ਤੁਸੀਂ ਰੱਬ ਦੇ ਅੱਗੇ ਜਾ ਕੇ ਘਮੰਡ ਕਰੋਗੇ ਔਰ ਇਹ ਰੱਬ ਬਿਲਕੁਲ ਨਹੀਂ ਚਾਹੁੰਦਾ। ਜੀ ਬਿਲਕੁਲ। ਪਰਮੇਸ਼ਵਰ ਇਹ ਨਹੀਂ ਚਾਹੁੰਦਾ ਕਿ ਤੁਸੀਂ ਇਹ ਕਹੋ ਕਿ ਮੇਰੀ ਭਗਤੀ ਦੇ ਕਰਕੇ ਮੈਂ ਬਚਾ, ਮੈਂ ਆਪਣੀ ਕਾਬਲੀਅਤ ਨਾਲ ਪਹੁੰਚ ਗਿਆ। ਬਿਲਕੁਲ। ਔਰ ਇਸ ਲਈ ਪਰਮੇਸ਼ਵਰ ਨੇ ਕਿਹਾ ਕਿ ਤੇਰੇ ਚੰਗੇ ਕੰਮ, ਇਹਦਾ ਮਤਲਬ ਇਹ ਨਹੀਂ ਕਿਹਾ ਪਰਮੇਸ਼ਵਰ ਨੇ ਕਿ ਚੰਗੇ ਕੰਮ ਨਾ ਕਰੋ। ਬਿਲਕੁਲ। ਲਿਖਿਆ, ਪਹਿਲਾ ਭਰੋਸਾ ਪਰਮੇਸ਼ਵਰ ਦੇ ਉੱਤੇ ਕਰੋ। ਜੀ ਬਿਲਕੁਲ। ਸਾਡੇ ਬਲੱਡ ਦੇ ਵਿੱਚ ਤਾਕਤ ਹੈ, ਜਿਹੜੀ ਸਾਡੀ ਲਾਈਫ ਹੈ ਸਾਡੇ ਬਲੱਡ ਦੇ ਵਿੱਚ। ਜੀ। ਇਸ ਲਈ ਲਿਖਿਆ, ਯੀਸ਼ੂ ਮਸੀਹ ਨੇ ਆਪਣਾ ਸਾਰਾ ਲਹੂ ਬਹਾਇਆ ਔਰ ਉਹ ਮਾਰਿਆ ਗਿਆ, ਗਾੜਿਆ ਗਿਆ ਔਰ ਤੀਸਰੇ ਦਿਨ ਮੁਰਦਿਆਂ ਤੋਂ ਜੀ ਉੱਠਿਆ। ਉਹਨੇ ਆਪਣੇ ਬਲੱਡ ਨੂੰ ਇਸ ਲਈ ਬਹਾਇਆ ਕਿ ਸਾਡੇ ਗੁਨਾਹ ਜਿਹੜੇ ਅਸੀਂ ਕੀਤੇ ਸੀ ਉਹਦਾ ਸਾਨੂੰ ਅਸਰ ਨਾ ਆਏ, ਅਸੀਂ ਨਾ ਮਾਰੇ ਜਾਈਏ। ਇਸ ਲਈ ਪਰਮੇਸ਼ਵਰ ਮਾਰੇ ਗਏ। ਇਹੀ ਗੁੱਡ ਨਿਊਜ਼ ਹੈ। ਗੋਸਪਲ ਦਾ ਮਤਲਬ ਕੀ ਹੈ? ਗੁੱਡ ਨਿਊਜ਼ ਦਾ ਮਤਲਬ ਕੀ ਹੈ ਕਿ ਜੇ ਤੂੰ ਮਰ ਰਿਹਾ ਤੈਨੂੰ ਮਰਨ ਦੀ ਲੋੜ ਨਹੀਂ। ਔਰ ਇਹ ਕਹਾਣੀ ਨਹੀਂ ਹੈ, ਮੈਂ ਤੁਹਾਨੂੰ ਦੱਸ ਰਿਹਾ, ਇਹ ਕਹਾਣੀ ਤੁਹਾਨੂੰ ਬਦਲਣ ਵਾਲੀ ਹੈ ਯਿਸੂ ਮਸੀਹ ਦੇ ਨਾਮ। ਜੀ ਬਿਲਕੁਲ। ਆਮੀਨ। ਇਹ ਕਹਾਣੀ ਨਹੀਂ ਹੈ, ਇਹਨੇ ਮੇਰੀ ਲਾਈਫ ਨੂੰ ਚੇਂਜ ਕੀਤਾ। ਮੇਰੀ ਲਾਈਫ ਚੇਂਜ ਹੋਣਾ ਆਸਾਨ ਨਹੀਂ ਸੀ ਕਿਉਂਕਿ ਮੇਰੇ ਫਰੈਂਡ ਸਰਕਲ, ਮੇਰੇ ਲੋਕ, ਤੁਹਾਨੂੰ ਪਤਾ ਪੁਲਿਸ ਦੇ ਵਿੱਚ ਰਹਿਣਾ, ਜੱਜਾਂ ਰਹਿਣਾ, ਇਹਨਾਂ ਵਕੀਲਾਂ ਦੇ ਵਿੱਚ ਰਹਿਣਾ ਆਸਾਨ ਨਹੀਂ ਹੈ ਪਰਮੇਸ਼ਵਰ ਨੂੰ ਅਸੈਪਟ ਕਰਨਾ ਔਰ ਅੱਜ ਕੱਲ੍ਹ ਦੇ ਜ਼ਮਾਨੇ 'ਚ ਇਹਨਾਂ ਚੀਜ਼ਾਂ 'ਤੇ ਧਿਆਨ ਲਗਾਉਣਾ। ਲੇਕਿਨ ਇਹ ਸੱਚਾਈ ਹੈ ਜੋ ਤੁਹਾਡੀ ਲਾਈਫ 'ਚ ਬੀਤਦੀ ਹੈ। ਤੁਹਾਨੂੰ ਪਤਾ ਹੁੰਦਾ ਕਿ ਹਾਂ ਮੈਂ ਉਸ ਜਗ੍ਹਾ ਤੋਂ ਹੋ ਕੇ ਵਾਪਸ ਆਇਆ ਜਿੱਥੇ ਮੈਨੂੰ ਪਰਮੇਸ਼ਵਰ ਦੇ ਹੱਥ ਤੋਂ ਇਲਾਵਾ ਕੋਈ ਬੰਦਾ ਵਾਪਸ ਨਹੀਂ ਸੀ ਲੈ ਕੇ ਆ ਸਕਦਾ ਔਰ ਪਰਮੇਸ਼ਵਰ ਯੂਜ਼ ਕਰਦੇ ਆ ਤੁਹਾਨੂੰ। ਦੇਖੋ, ਤੁਹਾਨੂੰ ਸਿਰਫ ਪਰਮੇਸ਼ਰ ਨੇ ਬਦਲਿਆ ਹੀ ਨਹੀਂ, ਪਰਮੇਸ਼ਰ ਨੇ ਤੁਹਾਨੂੰ ਇਸਤੇਮਾਲ ਕੀਤਾ। ਮੈਂ ਤੁਹਾਡੇ ਨਾਲ ਪਿਛਲੇ ਕੁਝ ਦਿਨ ਪਹਿਲਾਂ ਹੀ ਮਿਲਿਆ, ਲੇਕਿਨ ਤੁਹਾਡੇ ਬਹੁਤ ਸਾਰੇ ਮੈਂ YouTube ਤੇ ਵੀਡੀਓ ਦੇਖੇ ਕਿ ਕਿਸ ਤਰ੍ਹਾਂ ਬਹੁਤ ਸਾਰੇ ਲੋਕ, ਖਾਸ ਕਰ ਜਲੰਧਰ ਖਾਂਬਰਾਂ ਵਿੱਚ ਤੁਹਾਡੀ ਉੱਥੇ ਬਹੁਤ ਵੱਡੀ ਸੇਵਕਾਈ ਹੈ ਜੋ ਪਰਮੇਸ਼ਰ ਨੇ ਤੁਹਾਨੂੰ ਦਿੱਤੀ ਹੈ। ਔਰ ਮੈਂ ਦੇਖਿਆ ਕਿ ਕਈ ਹਜ਼ਾਰ ਲੋਕ ਉੱਥੇ ਆ ਕੇ ਉਹਨਾਂ ਦੀ ਜ਼ਿੰਦਗੀ 'ਚ ਪਰਿਵਰਤਨ ਆਇਆ, ਬਿਮਾਰ ਚੰਗੇ ਹੋਏ, ਲੋਕਾਂ ਨੂੰ ਛੁਟਕਾਰਾ ਮਿਲਿਆ। ਔਰ ਜਿਹੜਾ ਸਭ ਤੋਂ ਵੱਡਾ ਚਮਤਕਾਰ ਹੈ ਉਹ ਹੈ ਪਾਪਾਂ ਤੋਂ ਮਾਫੀ, ਜਦੋਂ ਇਨਸਾਨ ਇੱਕ ਨਵੀਂ ਜ਼ਿੰਦਗੀ ਪਾ ਲੈਂਦਾ ਹੈ। ਔਰ ਮੈਂ ਦੇਖਿਆ ਕਿ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਵੀ ਪਰਿਵਰਤਿਤ ਹੋਈ। ਸੋ ਪਰਮੇਸ਼ਰ ਨੇ ਸਿਰਫ ਤੁਹਾਡੀ ਜ਼ਿੰਦਗੀ ਨੂੰ ਹੀ ਨਹੀਂ ਬਦਲਿਆ, ਪਰਮੇਸ਼ਰ ਸਮਰਥੀ ਹੈ
ਜਿਨ੍ਹਾਂ ਨੇ ਤੁਹਾਨੂੰ ਵੀ ਇਸਤੇਮਾਲ ਕੀਤਾ ਦੂਸਰਿਆਂ ਦੀ ਜ਼ਿੰਦਗੀ 'ਚ ਕੰਮ ਕਰਨ ਬਾਰੇ। ਥੋੜ੍ਹਾ ਜਿਹਾ ਤੁਸੀਂ ਆਪਣੀ ਸੇਵਕਾਈ ਬਾਰੇ ਜ਼ਰੂਰ ਦੱਸੋ ਕਿ ਕਿਸ ਤਰ੍ਹਾਂ ਤੁਸੀਂ ਖਾਂਬਰਾ ਵਿੱਚ ਇਸ ਸੇਵਕਾਈ ਦੀ ਸ਼ੁਰੂਆਤ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਪਰਮੇਸ਼ਵਰ ਦੁੱਖਾਂ ਨੂੰ ਇਸਤੇਮਾਲ ਕਰਦਾ ਜੀ। ਜਦੋਂ ਮੈਂ ਪਰਮੇਸ਼ਵਰ 'ਚ ਆਇਆ ਉਹਨੇ ਅਲੱਗ-ਅਲੱਗ ਤਰੀਕੇ ਦੇ ਨਾਲ ਕੁਝ ਕੰਮ ਮੇਰੇ ਕੀਤੇ, ਕੁਝ ਕੰਮ ਮੇਰੇ ਰੱਖੇ ਕਿ ਅਗਰ ਮੈਂ ਇਹ ਵਾਲੇ ਕੰਮ ਨਹੀਂ ਕਰਦਾ, ਅਗਰ ਮੈਨੂੰ ਇਹ ਵਾਲੀ ਬਰਕਤ ਨਹੀਂ ਦਿੰਦਾ, ਕਿ ਇਹ ਮੇਰੇ ਕੋਲ ਬਰਕਤ ਲੈਣ ਦੇ ਲਈ ਆਇਆ, ਕਿ ਇਹ ਸੱਚਮੁੱਚ ਮੇਰੇ ਨਾਲ ਪਿਆਰ ਕਰਦਾ ਹੈ ਕਿ ਨਹੀਂ ਕਰਦਾ। ਔਰ ਜਦੋਂ ਮੈਂ ਆਪਣੇ ਦੁੱਖਾਂ ਨੂੰ ਬਾਈਬਲ ਨੂੰ ਧਿਆਨ ਨਾਲ ਪੜ੍ਹਿਆ ਔਰ ਦੇਖਿਆ ਕਿ ਪਰਮੇਸ਼ਵਰ ਇਨਸਾਨ ਦੇ ਦੁੱਖਾਂ ਨੂੰ ਇਸਤੇਮਾਲ ਕਰਦਾ ਆਪਣੇ ਕੋਲ ਬੁਲਾਉਣ ਦੇ ਲਈ, ਔਰ ਜੇ ਉਹ ਇਨਸਾਨ ਸਮਝ ਜਾਏ ਕਿ ਪਰਮੇਸ਼ਵਰ ਨੇ ਮੈਨੂੰ ਜਿਹੜੇ ਮੇਰੇ ਦੁੱਖ ਆ ਉਹ ਮੇਰੇ ਫਾਇਦੇ, ਮੇਰੀ ਪਲੈਨਿੰਗ ਦੇ ਲਈ ਰੱਖੇ ਆ। ਅਗਰ ਅਸੀਂ ਬਾਈਬਲ 'ਚ ਫਿਰ ਪੜ੍ਹਦੇ ਹਾਂ, ਜਦੋਂ ਦਾਊਦ ਆਪਾਂ ਪੜ੍ਹਦੇ ਹਾਂ ਕਿ ਭੇਡਾਂ ਬੱਕਰੀਆਂ ਦਾ ਚਰਵਾਹਾ ਸੀਗਾ, ਉਹਦੇ ਸਾਰੇ ਜਿਹੜੇ ਭਰਾ ਸੀਗੇ ਉਹ ਰਾਜਾ ਦੀ ਸੈਨਾ ਦੇ ਵਿੱਚ ਸੀਗੇ, ਕੋਈ ਵੱਡੇ ਵੱਡੇ ਅਹੁਦੇ ਤੇ ਸੀਗੇ। ਲੇਕਿਨ ਬਾਈਬਲ 'ਚ ਲਿਖਿਆ ਜਦੋਂ ਸ਼ੈਮੂਅਲ ਨੇ ਅਭਿਸ਼ੇਕ ਕੀਤਾ, ਉਹਦੇ ਵੱਡੇ ਭਰਾ ਨੂੰ ਸਾਹਮਣੇ ਲਿਆਂਦਾ ਤੇ ਪਰਮੇਸ਼ਵਰ ਨੇ ਕਿਹਾ ਮੈਂ ਇਸ ਨੂੰ ਨਹੀਂ ਚੁਣਿਆ, ਤੇ ਅਗਲੀ ਲਾਈਨ 'ਚ ਲਿਖਿਆ ਕਿ ਮੈਂ ਇਸ ਨੂੰ ਅਯੋਗਯ ਠਹਿਰਾਨਾ ਹਾਂ। ਜੀ ਬਿਲਕੁਲ। ਪਰਮੇਸ਼ਵਰ ਕਿਸੇ ਨੂੰ ਪਰਖੇ ਬਿਨਾਂ ਕਿੱਦਾਂ ਅਯੋਗਯ ਠਹਿਰਾ ਸਕਦੇ ਹਾਂ? ਅਗਰ ਅਸੀਂ ਅੱਜ ਇਹ ਮੋਬਾਈਲ ਯੂਜ਼ ਕਰਦੇ ਹਾਂ, ਜੇ ਅਸੀਂ ਇਹਨੂੰ ਪਰਖਿਆ ਹੀ ਨਹੀਂ ਹੈ, ਅਸੀਂ ਇਹਨੂੰ ਕਿੱਦਾਂ ਕਹਿ ਸਕਦੇ ਹਾਂ ਕਿ ਇਹ ਸਹੀ ਨਹੀਂ ਹੈ? ਇਹਦਾ ਮਤਲਬ ਪਰਮੇਸ਼ਵਰ ਉਹਨੂੰ ਪਰਖ ਚੁੱਕੇ ਸਨ, ਪਰਮੇਸ਼ਵਰ ਉਹਦੇ ਭਰਾਵਾਂ ਨੂੰ ਪਰਖ ਚੁੱਕੇ ਸਨ, ਤੇ ਪਰਮੇਸ਼ਵਰ ਦਾਊਦ ਨੂੰ ਵੀ ਪਰਖ ਚੁੱਕੇ ਸੀ ਕਿ ਪਰਮੇਸ਼ਵਰ ਜਾਣਦੇ ਸੀ ਕਿ ਦਾਊਦ ਦੁੱਖਾਂ ਦੇ ਵਿੱਚ ਵੀ ਆਪਣੀ ਛੋਟੀ ਪੋਸਟ ਦੇ ਉੱਤੇ ਭੇਡਾਂ ਬੱਕਰੀਆਂ ਨੂੰ ਚਰਾਉਣ ਦੇ ਨਾਲ ਵੀ ਮੇਰੇ ਵਚਨਾਂ ਤੋਂ ਕਦੀ ਅਲੱਗ ਨਹੀਂ ਹੋਇਆ। ਕਿਉਂਕਿ ਬਾਈਬਲ 'ਚ ਲਿਖਿਆ ਜਦੋਂ ਭੇਡਾਂ ਬੱਕਰੀਆਂ ਨੂੰ ਚਰਾਉਂਦੇ ਸੀ ਚਰਵਾਹੇ, ਤੇ ਉਹਨਾਂ ਕੋਲ ਗੋਫਨ ਹੁੰਦਾ ਸੀ ਜੀ। ਉਹ ਗੋਫਨ ਦੇ ਨਾਲ ਜਿਹੜੀਆਂ ਭੇਡਾਂ ਬੱਕਰੀਆਂ ਦੇ ਉੱਤੇ ਅਟੈਕ ਹੁੰਦੇ ਸੀ, ਭੇੜੀਆਂ ਦੇ, ਸ਼ੇਰਾਂ ਦੇ, ਭਾਲੂਆਂ ਦੇ, ਉਹ ਗੋਫਨ ਦੇ ਪੱਥਰ ਦੇ ਨਾਲ ਉਹਨਾਂ ਨੂੰ ਦੂਰ ਕਰਦੇ ਸੀ ਜਿਹੜੇ ਚਰਵਾਹੇ ਹੁੰਦੇ ਸੀ। ਔਰ ਬਾਈਬਲ ਦੇ ਮੁਤਾਬਕ ਉਹ ਗੋਫਨ ਉਹਦੇ ਕੋਲ ਰਹਿੰਦਾ ਸੀ ਜਿਹੜਾ ਪਰਮੇਸ਼ਵਰ ਨੇ ਰੱਖਿਆ ਸੀਗਾ ਕਿ ਤੂੰ ਇਹਨਾਂ ਭੇਡਾਂ ਬੱਕਰੀਆਂ ਦੀ ਰਾਖੀ ਕਰ। ਲੇਕਿਨ ਅਸਲ ਮਕਸਦ ਪਰਮੇਸ਼ਵਰ ਦਾ ਉਹ ਨਹੀਂ ਸੀ। ਅਸਲ ਮਕਸਦ ਸੀ ਪਰਮੇਸ਼ਵਰ ਦਾ, ਉਹਦੀ ਬਾਈਬਲ ਧਿਆਨ ਨਾਲ ਪੜ੍ਹੋ ਤੇ ਜਿਹੜੇ ਭੇਡਾਂ ਬੱਕਰੀਆਂ ਦੇ ਚਰਵਾਹੇ ਹੁੰਦੇ ਉਹਨਾਂ ਨੂੰ ਰਾਤ ਜਾਗਣਾ ਪੈਂਦਾ ਸੀ, ਉਹਨਾਂ ਨੂੰ ਦਿਨ ਜਾਗਣਾ ਪੈਂਦਾ ਸੀ, ਉਹਨਾਂ ਨੂੰ ਨੀਂਦ ਨਹੀਂ ਸੀ ਪੂਰੀ ਹੁੰਦੀ ਉਹਨਾਂ ਦੀ। ਇੱਕ ਔਖਾ ਤੇ ਬਦਬੂਦਾਰ ਕੰਮ ਸੀਗਾ, ਕਠਿਨ ਹਾਰਡ ਵਰਕ ਸੀਗਾ। ਤੇ ਦਾਊਦ ਕਹਿ ਸਕਦਾ ਕਿ ਪਰਮੇਸ਼ਵਰ ਮੇਰੇ ਭਰਾ ਜਿਹੜੇ ਆ ਉਹ ਤੈਨੂੰ ਇੰਨਾ ਨਹੀਂ ਮੰਨਦੇ, ਤੇਰੇ ਹੁਕਮ ਦੇ ਪੂਰਾ ਨਹੀਂ ਚੱਲਦੇ, ਪਰ ਉਹ ਰਾਜਾ ਦੀ ਸੈਨਾ ਦੇ ਵਿੱਚ ਆ, ਉੱਚੀ ਪੋਸਟ ਤੇ ਆ, ਪਰ ਮੈਂ ਤੇਰੇ ਹੁਕਮਾਂ ਨੂੰ ਮੰਨਦਾ ਪਰ ਮੈਂ ਨੀਵੀਂ ਪੋਸਟ ਤੇ ਆ। ਲੇਕਿਨ ਉਹ ਇਹ ਨਹੀਂ ਸੀ ਜਾਣਦਾ ਕਿ ਜਿਹੜੇ ਗੋਫਰ ਨਾਲ ਗੋਲੀਅਤ ਮਰਨਾ ਹੈ, ਇਹ ਪਲਾਨ ਆ ਪਰਮੇਸ਼ਵਰ ਦਾ, ਇਹ ਯੋਜਨਾ ਹੈ ਪਰਮੇਸ਼ਵਰ ਦੀ। ਪਰਮੇਸ਼ਵਰ ਤੈਨੂੰ ਛੋਟੀ ਜਗ੍ਹਾ ਤੇ ਰੱਖ ਕੇ ਗੋਫਨ ਦੀ ਨਾਲ ਤਿਆਰੀ ਕਰਨੀ ਤੇਰੀ। ਉਹ ਜਦੋਂ ਗੋਲੀਅਤ ਉਹਦੇ ਸਾਹਮਣੇ ਆਇਆ, ਉਹੀ ਗੋਫਨ ਯੂਜ਼ ਆਇਆ ਗੋਲੀਅਤ ਨੂੰ ਮਾਰਨ ਦੇ ਲਈ। ਇਹੀ ਪਰਮੇਸ਼ਵਰ ਹੈ। ਉਹ ਤੁਹਾਨੂੰ ਦੱਸਦਾ ਨਹੀਂ ਹੈ ਤੁਹਾਡੇ ਸੰਘਰਸ਼ ਦੇ ਟਾਈਮ ਦੇ ਉੱਤੇ ਕਿ ਇਹ ਕਾਹਦੇ ਲਈ ਹੈ। ਕਿਉਂਕਿ ਮੈਂ ਦੇਖਿਆ ਲੋਕਾਂ ਜਦੋਂ ਮੈਂ ਸੇਵਾ 'ਚ ਪਹਿਲੇ ਦਿਨ ਆਇਆ, ਮੈਨੂੰ ਟਾਈਮ ਨਹੀਂ ਲੱਗਾ। ਜਿਸ ਦਿਨ ਮੈਂ ਚਰਚ ਗਿਆ ਉਸ ਤੋਂ 1 ਮਹੀਨੇ ਤੋਂ ਬਾਅਦ ਮੈਂ ਇੱਕ ਐਕਟਿਵ ਮੈਂਬਰ ਸੀਗਾ ਚਰਚ ਦਾ। ਮੈਂਬਰ ਮੀਨ ਰਿਲੀਜੀਅਸ ਸੰਸਥਾ ਦਾ ਮੈਂਬਰ ਨਹੀਂ, ਇਨਸਾਈਡਲੀ ਮੇਰਾ ਧਿਆਨ ਪਰਮੇਸ਼ਵਰ ਵੱਲ ਲੱਗ ਚੁੱਕਾ ਸੀ। ਦੇਖੋ ਮੈਂ ਤੁਹਾਨੂੰ ਥੋੜਾ ਰੋਕਾਂਗਾ, ਤੁਸੀਂ ਬਹੁਤ ਖੂਬਸੂਰਤ ਗੱਲ ਕਹੀ ਕਿ ਤੁਸੀਂ ਪ੍ਰਭੂ 'ਚ ਆਏ ਔਰ ਤੁਸੀਂ ਇੱਕ ਐਕਟਿਵ ਮੈਂਬਰ ਸੀ। ਕਹਿਣ ਦਾ ਮਤਲਬ ਹੈ ਤੁਸੀਂ ਸਿਰਫ ਮੁਕਤੀ ਨਹੀਂ ਪਾਈ, ਤੁਸੀਂ ਪਰਮੇਸ਼ਰ ਦੇ ਕੰਮਾਂ 'ਚ ਵੀ ਲੱਗ ਗਏ। ਜੋ ਵੀ ਤੁਹਾਡੇ ਸਾਹਮਣੇ ਪਰਮੇਸ਼ਰ ਨੇ ਕਰਨ ਨੂੰ ਰੱਖਿਆ ਤੁਸੀਂ ਉਹਨੂੰ ਵਫਾਦਾਰੀ ਨਾਲ ਕੀਤਾ। ਅੱਜ ਅਸੀਂ ਦੇਖਦੇ ਹਾਂ ਬਹੁਤ ਸਾਰੇ ਲੋਕ ਕਲੀਸਿਆ 'ਚ ਜਾਂਦੇ ਨੇ, ਗਿਰਜੇ ਜਾਂਦੇ ਨੇ, ਲੇਕਿਨ ਉਹਨਾਂ ਦਾ ਗਿਰਜੇ ਜਾਣਾ ਇੱਦਾਂ ਹੀ ਹੈ ਕਿ ਉਹ ਗਏ, ਤਾਲੀ ਵਜਾਈ ਔਰ ਪ੍ਰਭੂ ਦੀ ਇਬਾਦਤ ਕੀਤੀ ਔਰ ਵਾਪਸ ਆਏ ਔਰ ਬਾਅਦ 'ਚ ਆਪਣੇ ਕੰਮਾਂ 'ਚ ਲੱਗਦੇ ਜਾਂਦੇ ਨੇ। ਬਹੁਤ ਸਾਰੇ ਲੋਕ ਅਸੀਂ ਦੇਖਦੇ ਹਾਂ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦੇ ਲਈ ਕੁਝ ਕਰਨ ਦੀ ਚਾਹ ਨਹੀਂ ਹੈ। ਔਰ ਬਹੁਤ ਅੱਛੀ ਗੱਲ ਹੈ ਕਿ ਅਸੀਂ ਸਭ ਜਿਹੜੀ ਕਲੀਸਿਆ 'ਚ ਜਿੱਥੇ ਵੀ ਪਰਮੇਸ਼ਰ ਨੇ ਸਾਨੂੰ ਰੱਖਿਆ ਹੈ ਅਸੀਂ ਉੱਥੇ ਪਰਮੇਸ਼ਰ ਦੇ ਕੰਮਾਂ 'ਚ ਹਿੱਸਾ ਲਈਏ। ਔਰ ਤੁਸੀਂ ਇਹ ਸ਼ੁਰੂਆਤ 'ਚ ਹੀ ਤੁਸੀਂ ਪ੍ਰਭੂ ਦੀ ਕੰਮਾਂ 'ਚ ਲੱਗ ਗਏ ਔਰ ਇੱਕ ਐਕਟਿਵ ਸਦੱਸਿਆ ਬਣ ਗਏ। ਸੋ ਬਹੁਤ ਦੇਖੋ ਯਿਸੂ ਮਸੀਹ ਨੇ ਕਿਹਾ, ਜਦੋਂ 12 ਸਾਲ ਦੀ ਲਹੂ ਬਹਿਣ ਵਾਲੀ ਇਸਤਰੀ ਨੇ, ਕਿਉਂਕਿ ਯਹੂਦੀ ਲੋਕ ਜਿਹੜੇ ਕੱਪੜੇ ਪਾਉਂਦੇ ਸੀਗੇ, ਸ਼ਾਲ ਲੈਂਦੇ ਸੀ, ਉਹ ਸ਼ਾਲ ਦੇ ਨੀਚੇ ਫੀਤੇ ਲਟਕਦੇ ਸੀ, ਧਾਗੇ ਜੀ। ਔਰ ਯਿਸੂ ਮਸੀਹ ਉਹਨੇ ਕਿਹਾ ਕਿ ਜੇ ਮੈਂ ਉਸ ਫੀਤੇ ਨੂੰ ਛੂ ਲੂੰਗੀ ਮੈਂ ਚੰਗੀ ਹੋ ਜਾਵਾਂਗੀ। ਔਰ ਜਦੋਂ ਯਿਸੂ ਮਸੀਹ ਨੇ ਪੱਲੇ ਨੂੰ ਛੂਇਆ, ਬਹੁਤ ਸਾਰੇ ਲੋਕ ਉੱਤੇ ਡਿੱਗ ਰਹੇ ਸੀ। ਪਰਮੇਸ਼ਰ ਨੇ ਕਿਹਾ ਮੈਨੂੰ ਕਿੰਨੇ ਛੂਇਆ? ਕਿਉਂਕਿ ਮੇਰੇ ਚੋਂ ਸਾਮਰਥ ਨਿਕਲੀ। ਕਹਿੰਦੇ ਚੇਲਿਆਂ ਨੇ ਕਿਹਾ ਪ੍ਰਭੂ ਪੂਰੀ ਭੀੜ ਤੇਰੇ ਤੇ ਡਿੱਗੀ ਪੈਂਦੀ, ਤੈਨੂੰ ਇੰਨੇ ਵੀ ਛੂਇਆ, ਤੈਨੂੰ ਇੰਨੇ ਵੀ ਛੂਇਆ। ਉਹ ਕਹਿੰਦੇ ਨਹੀਂ, ਮੈਨੂੰ ਕਿਸੇ ਨੇ ਵਿਸ਼ਵਾਸ ਨਾਲ ਛੂਇਆ। ਇਹਦਾ ਮਤਲਬ ਕੀ ਹੈ? ਬਹੁਤ ਸਾਰੇ ਲੋਕ ਚਰਚ ਜਾਣਗੇ ਪਰ ਵਿਸ਼ਵਾਸ ਨਾਲ ਕੋਈ ਜਾਏਗਾ। ਬਹੁਤ ਸਾਰੇ ਲੋਕ ਪਰਮੇਸ਼ਵਰ ਨੂੰ ਮੰਨਣਗੇ, ਲੇਕਿਨ ਕੋਈ ਜਿਹੜਾ ਆਤਮਿਕ ਅੱਖਾਂ ਦੇ ਨਾਲ ਚੱਲ ਰਿਹਾ ਕਿ ਮੈਂ ਚਰਚ ਆਇਆ, ਪਰਮੇਸ਼ਵਰ ਨੇ ਮੈਨੂੰ ਮੇਰੇ ਜੀਵਨ 'ਚ ਕੰਮ ਕੀਤਾ, ਮੇਰੇ ਨਸ਼ੇ ਗਏ, ਉਹ ਚੀਜ਼ਾਂ ਖਤਮ ਹੋਈਆਂ ਜਿਹੜੇ ਕੋਈ ਡਾਕਟਰ ਨਹੀਂ ਕਰ ਸਕਿਆ, ਕੋਈ ਬਾਬਾ ਕੋਈ ਨਹੀਂ ਕਰ ਸਕਿਆ, ਲੇਕਿਨ ਅੱਜ ਪਰਮੇਸ਼ਵਰ ਨੇ ਮੈਨੂੰ ਆਜ਼ਾਦ ਕੀਤਾ। ਇਹਦਾ ਮਤਲਬ ਕੀ ਆ? ਹੁਣ ਅਗਲੀਆਂ ਚੀਜ਼ਾਂ ਪਰਮੇਸ਼ਵਰ ਮੈਨੂੰ ਦੇ ਸਕਦਾ, ਪਰ ਮੈਨੂੰ ਆਪਣੇ ਆਤਮਿਕ ਅੱਖਾਂ ਨਾਲ ਵਚਨ ਔਰ ਕਲਾਮ ਦੇ ਸਹਾਰੇ ਚੱਲਣ ਦੀ ਲੋੜ ਹੈ। ਆਮੀਨ। ਸੋ ਜਿਸ ਤਰ੍ਹਾਂ ਬਾਈਬਲ 'ਚ ਵੀ ਲਿਖਿਆ, ਇਬਰਾਨੀਆਂ ਦੀ ਕਿਤਾਬ 'ਚ ਪੜ੍ਹਦੇ ਹਾਂ ਔਰ ਉੱਥੇ ਲਿਖਿਆ ਕਿ ਵਿਸ਼ਵਾਸ ਬਿਨਾਂ ਪਰਮੇਸ਼ਰ ਨੂੰ ਇਨਸਾਨ ਖੁਸ਼ ਨਹੀਂ ਕਰ ਸਕਦਾ। ਜਿਹੜਾ ਵੀ ਪਰਮੇਸ਼ਰ ਕੋ ਆਉਂਦਾ ਉਹ ਵਿਸ਼ਵਾਸ ਕਰੇ
ਉਹ ਹੈ ਤੇ ਆਪਣੇ ਖੋਜਣ ਵਾਲਿਆਂ ਦਾ ਜਿਹੜੇ ਨੂੰ ਭਾਲਦੇ ਨੇ ਉਹਨਾਂ ਨੂੰ ਉਹ ਵਰਦਾਨ ਦਿੰਦਾ, ਉਹਨਾਂ ਨੂੰ ਆਸ਼ੀਸ਼ ਦਿੰਦਾ, ਬਰਕਤ ਦਿੰਦਾ ਹੈ। ਔਰ ਜਿਸ ਤਰ੍ਹਾਂ ਤੁਸੀਂ ਉਸ ਔਰਤ ਦੇ ਬਾਰੇ ਦੱਸਿਆ ਕਿ ਬਹੁਤ ਸਾਰੇ ਲੋਕ ਸੀ ਜਿਹੜੇ ਪ੍ਰਭੂ ਯਿਸੂ ਮਸੀਹ ਨੂੰ ਛੂ ਰਹੇ ਸੀ, ਲੇਕਿਨ ਉਸ ਔਰਤ ਨੇ ਵਿਸ਼ਵਾਸ ਦੇ ਨਾਲ ਛੂਇਆ ਕਿ ਅੱਜ ਮੈਂ ਚੰਗੀ ਹੋ ਜਾਵਾਂਗੀ। ਸੱਚਮੁੱਚ ਇਹ ਤੋਂ ਸਾਨੂੰ ਸੰਦੇਸ਼ ਮਿਲਦਾ ਹੈ ਕਿ ਜਦੋਂ ਵੀ ਅਸੀਂ ਪ੍ਰਭੂ ਦੀ ਉਪਸਥਿਤੀ ਚਾਹੁੰਦੇ ਹਾਂ, ਵਚਨ ਸੁਣਦੇ ਹਾਂ ਜਾਂ ਕਲੀਸਿਆ ਚਾਹੁੰਦੇ, ਇੱਕ ਚਾਹ ਦੇ ਨਾਲ ਆਈਏ ਕਿ ਅੱਜ ਮੈਂ ਪ੍ਰਭੂ ਨੂੰ ਛੂਣਾ ਹੈ। ਜੀ ਬਿਲਕੁਲ। ਤੁਸੀਂ ਕਿੱਦਾਂ ਲੈਂਦੇ ਹੋ ਪਰਮੇਸ਼ਵਰ ਨੂੰ? ਤੁਸੀਂ ਭੀੜ 'ਚ ਰਹਿ ਕੇ, ਜਦੋਂ ਮੈਂ ਚਰਚ ਗਿਆ ਮੈਂ ਲੋਕਾਂ ਦੀ ਗਵਾਹੀਆਂ ਨੂੰ ਸੁਣਿਆ, ਮੈਂ ਚੰਗਾ ਹੋ ਚੁੱਕਾ ਸੀ, ਮੇਰੀਆਂ 80% ਪ੍ਰੋਬਲਮਸ ਖਤਮ ਹੋ ਚੁੱਕੀਆਂ ਸੀ। ਜਦੋਂ ਮੈਂ ਸੇਵਕਾਈ ਨੂੰ ਸ਼ੁਰੂ ਕੀਤਾ 2007 ਦੇ ਵਿੱਚ, ਇੱਕ ਸ਼ਾਮ ਮੈਂ ਸੋ ਕੇ ਉੱਠਿਆ ਔਰ ਮੈਂ ਆਪਣੀ ਬੋਡੀ ਨੂੰ ਚੈੱਕ ਕੀਤਾ, ਮੈਨੂੰ ਬੁਖਾਰ ਸੀਗਾ। ਔਰ ਜਦੋਂ ਮੈਂ ਉਹ ਬੁਖਾਰ ਲਗਾਤਾਰ ਕਿੰਨੇ ਦਿਨ ਰਿਹਾ, ਔਰ ਜਦੋਂ ਮੈਂ ਡਾਕਟਰ ਦੇ ਕੋਲ ਗਿਆ, ਡਾਕਟਰ ਬਹੁਤ ਸਾਰੇ ਟੈਸਟ, ਬੰਬੇ ਤੱਕ ਟੈਸਟ, ਉਹ 'ਚ ਕੁਛ ਨਹੀਂ ਨਿਕਲਿਆ। ਲੇਕਿਨ ਉਹ ਬੁਖਾਰ ਇੱਦਾਂ ਦਾ ਸੀਗਾ ਕਿ ਮੈਂ ਦਿਨ ਪ੍ਰਤੀ ਦਿਨ ਵੀਕ ਹੁੰਦਾ ਜਾ ਰਿਹਾ ਸੀ। ਔਰ ਮੈਨੂੰ ਨਹੀਂ ਸੀ ਪਤਾ, ਮੈਂ ਕਹਿੰਦਾ ਪਰਮੇਸ਼ਰ ਮੇਰਾ ਚਰਚ ਜਾਣ ਵਾਲਾ, ਟਾਈਥ ਦੇਣ ਵਾਲਾ ਬੰਦਾ, ਮੇਰੇ ਨਾਲ ਕਿੱਦਾਂ ਇੱਦਾਂ ਹੋ ਸਕਦਾ। ਔਰ ਉਸ ਤੋਂ 6 ਮਹੀਨੇ ਬਾਅਦ ਪਰਮੇਸ਼ਵਰ ਨੇ ਮੈਨੂੰ ਕਿਹਾ ਕਿ ਚਰਚ ਸਟਾਰਟ ਕਰ। ਜਦੋਂ ਚਰਚ ਸਟਾਰਟ ਕੀਤੀ, ਪ੍ਰੋਬਲਮਸ ਫਿਨਿਸ਼ ਹੋ ਗਈ। ਪਰਮੇਸ਼ਵਰ ਨੇ ਉਸ ਪ੍ਰੋਬਲਮ ਨੂੰ ਮੈਨੂੰ ਪਰਖਿਆ ਕਿ ਕੀ ਮੈਂ ਹਰ ਪੋਜੀਸ਼ਨ 'ਚ ਉਹਦੇ ਨਾਲ ਵਫਾਦਾਰ ਹਾਂ ਜਾਂ ਨਹੀਂ। ਜਦੋਂ ਮੈਂ ਚਰਚ ਸਟਾਰਟ ਕੀਤੀ, 50 ਲੋਕ ਚਰਚ ਆਉਂਦੇ ਸਨ ਉਦੋਂ ਸੇ। ਮੇਰੇ ਗਡਾਊਨ, ਮੇਰੇ ਬਿਜ਼ਨਸ ਨੂੰ ਇਸ ਪਿੰਡ ਦੇ ਲੋਕਾਂ ਨੇ ਅੱਗ ਲਗਾਤੀ। ਜਦੋਂ ਮੇਰੇ ਬਿਜ਼ਨਸ ਨੂੰ ਅੱਗ ਲਗਾਈ, ਪਰਮੇਸ਼ਵਰ ਨੇ ਕਿਹਾ ਤੂੰ ਬਦਲਾ ਨਹੀਂ ਲੈਣਾ, ਮੈਂ ਬਦਲਾ ਲੈਣ ਵਾਲਾ ਪਰਮੇਸ਼ਵਰ। 2009 'ਚ ਅੱਗ ਲਗਾਈ, ਅੱਜ 2015 ਦੇ ਵਿੱਚ ਇਸ ਚਰਚ ਦੇ ਵਿੱਚ 20,000 ਤੋਂ ਜ਼ਿਆਦਾ ਲੋਕ ਨੇ। ਗੱਲ ਤੁਸੀਂ ਪਰਮੇਸ਼ਵਰ ਨੂੰ ਕਿੱਦਾਂ ਲਿਆ ਕਿ ਤੁਸੀਂ ਬਾਈਬਲ ਤੇ ਭਰੋਸਾ ਕਰਦੇ। ਜਦੋਂ ਅੱਗ ਲੱਗੀ, ਸ਼ੈਤਾਨ ਕਹਿੰਦਾ ਹੋਰ ਦੇ ਗਵਾਹੀ, ਹੋਰ ਦੇ ਗਵਾਹੀ ਲੋਕਾਂ, ਜਾਂ ਹੋਰ ਸੇਵਾ ਕਰ, ਦੇਖ ਤੇਰਾ ਬਿਜ਼ਨਸ ਚੱਲ ਗਿਆ ਤੇਰੇ ਸਾਹਮਣੇ। ਤੇ ਬਾਈਬਲ ਦਾ ਇੱਕ ਵਚਨ ਪਵਿੱਤਰ ਆਤਮਾ ਨੇ ਮੇਰੇ ਮਨ 'ਚ ਪਾਇਆ ਕਿ ਸਾਰੀਆਂ ਗੱਲਾਂ ਮਿਲ ਕੇ ਭਲਾਈ ਪੈਦਾ ਕਰਦੀਆਂ ਨੇ, ਪਰਮੇਸ਼ਵਰ ਨੂੰ ਪ੍ਰੇਮ ਕਰਦੇ। ਹੁਣ ਉਸ ਟਾਈਮ ਤੁਹਾਡਾ ਡਿਸੀਜ਼ਨ ਹੈ ਕਿ ਤੁਸੀਂ ਇਸ ਵਚਨ ਤੇ ਵਿਸ਼ਵਾਸ ਕਰਦੇ ਹੋ, ਤੁਸੀਂ ਕੀ ਅੰਗੀਕਾਰ ਕਰਦੇ ਹੋ। ਬਾਈਬਲ ਲਿਖਿਆ ਉਧਾਰ ਲਈ ਅੰਗੀਕਾਰ ਜ਼ਰੂਰੀ ਹੈ, ਧਾਰਮਿਕਤਾ ਲਈ ਮਨ ਤੋਂ ਵਿਸ਼ਵਾਸ, ਪਰ ਉਧਾਰ ਲਈ। ਉਧਾਰ ਦਾ ਮਤਲਬ ਕੱਲੀ ਮੁਕਤੀ ਨਹੀਂ, ਉਧਾਰ ਦਾ ਮਤਲਬ ਇਸ ਦੁਨੀਆ 'ਚ ਰਹਿ ਕੇ ਵੀ ਤੁਹਾਡੀ ਆਸ਼ੀਸ਼, ਤੁਹਾਡੀ ਬਰਕਤ, ਤੁਹਾਡੀ ਉਹ ਚੀਜ਼ ਜਿਹੜੀ ਪਰਮੇਸ਼ਵਰ ਤੁਹਾਨੂੰ ਦੇਣਾ ਚਾਹੁੰਦੇ, ਉਹਦੇ ਲਈ ਅੰਗੀਕਾਰ ਦੀ ਲੋੜ ਹੈ। ਜੋ ਅੰਗੀਕਾਰ ਮੈਂ ਕੀਤਾ ਕਿ ਪਰਮੇਸ਼ਵਰ ਸਾਰੀਆਂ ਗੱਲਾਂ ਮਿਲ ਕੇ ਭਲਾਈ ਪੈਦਾ ਕਰਦੀਆਂ। ਮੈਂ ਹਟਣ ਵਾਲਾ ਨਹੀਂ ਹਾਂ, ਮੇਰਾ ਬਿਜ਼ਨਸ ਚੱਲ ਗਿਆ, ਕੋਈ ਪ੍ਰੋਬਲਮ ਨਹੀਂ, ਪਰ ਸਾਰੀਆਂ ਗੱਲਾਂ ਮਿਲ ਕੇ ਭਲਾਈ ਪੈਦਾ ਕਰਦੀਆਂ ਜਿਹੜੇ ਤੈਨੂੰ ਪ੍ਰੇਮ ਕਰਦੇ, ਜਿਹੜੇ ਤੇਰੀ ਆਗਿਆ ਦੇ ਅਨੁਸਾਰ ਬੁਲਾਏ ਗਏ। ਦੇਖੋ, ਬਿਲਕੁਲ ਤੁਸੀਂ ਸਹੀ ਕਿਹਾ ਕਿ ਪਰਮੇਸ਼ਰ ਚਾਹੁੰਦੇ ਨੇ ਕਿ ਅਸੀਂ ਦੁੱਖਾਂ ਦੇ ਵਿੱਚ ਵੀ ਵਫਾਦਾਰ ਰਹੀਏ। ਔਰ ਇੱਕ ਵੇਲਾ ਸੀ ਜਦੋਂ ਮੈਂ ਪ੍ਰਭੂ ਨੂੰ ਜਾਣਿਆ ਔਰ ਮੇਰੀ ਜ਼ਿੰਦਗੀ 'ਚ ਬਹੁਤ ਦੁੱਖ ਆਏ ਔਰ ਕਰੀਬ 8-10 ਮਹੀਨਿਆਂ ਲਈ ਮੈਂ ਆਪਣਾ ਮੂੰਹ ਬੰਦ ਕਰ ਲਿਆ। ਮੈਂ ਪਰਮੇਸ਼ਰ ਨੂੰ ਕਿਹਾ ਕਿ ਪਰਮੇਸ਼ਰ, ਪਹਿਲੇ ਤੁਸੀਂ ਮੇਰੀ ਮੁਸ਼ਕਿਲਾਂ ਦਾ ਹੱਲ ਕਰੋ, ਫਿਰ ਮੈਂ ਤੁਹਾਡੀ ਸੇਵਾ ਕਰੂੰਗਾ। ਲੇਕਿਨ ਪਰਮੇਸ਼ਰ ਨੇ ਆਪਣੇ ਇੱਕ ਸੇਵਕ ਨੂੰ ਮੇਰੇ ਕੋਲ ਭੇਜਿਆ ਔਰ ਉਸ ਸੇਵਕ ਨੇ ਆ ਕੇ ਕਿਹਾ ਕਿ ਤੂੰ ਪਰਮੇਸ਼ਰ ਦੀ ਸੇਵਾ ਕਰਦੇ ਜਾ, ਪਰਮੇਸ਼ਰ ਨੇ ਤੇਰੀ ਮੁਸੀਬਤਾਂ ਦਾ ਹੱਲ ਕਰ ਦੇਣਾ। ਸੱਚਮੁੱਚ ਇੱਕ ਬਹੁਤ ਵੱਡੀ ਸੱਚਾਈ ਹੈ। ਚਾਹੇ ਅਸੀਂ ਸੁੱਖ 'ਚ ਹੋਈਏ, ਦੁੱਖ 'ਚ ਹੋਈਏ, ਲੇਕਿਨ ਜੇ ਅਸੀਂ ਪਰਮੇਸ਼ਰ ਦੇ ਨਾਲ ਵਫਾਦਾਰੀ 'ਚ ਜ਼ਿੰਦਗੀ ਜੀਂਦੇ ਹਾਂ, ਪਰਮੇਸ਼ਰ ਸਾਡੀ ਜ਼ਿੰਦਗੀਆਂ 'ਚ ਜ਼ਰੂਰ ਕੰਮ ਕਰਦੇ ਨੇ। ਪਰਮੇਸ਼ਰ ਵਫਾਦਾਰ ਨੇ, ਜਿੱਦਾਂ ਬਾਈਬਲ 'ਚ ਲਿਖਿਆ ਹੈ ਕਿ ਪਰਮੇਸ਼ਰ ਨਾਲ ਪਿਆਰ ਕਰਨ ਵਾਲਿਆਂ ਦੀ ਸਾਰੀਆਂ ਗੱਲਾਂ ਮਿਲ ਕੇ ਭਲਾਈ ਉਤਪੰਨ ਕਰਦੀਆਂ ਨੇ, ਖਾਸ ਕਰ ਉਹ ਲੋਕ ਜਿਹੜੇ ਉਹਨਾਂ ਦੀ ਇੱਛਾ ਦੇ ਮੁਤਾਬਿਕ ਬੁਲਾਏ ਗਏ ਨੇ। ਔਰ ਅੱਜ ਜੇ ਤੁਸੀਂ ਇਸ ਪ੍ਰੋਗਰਾਮ ਨੂੰ ਦੇਖ ਰਹੇ ਹੋ, ਪਰਮੇਸ਼ਰ ਦੀ ਮਰਜ਼ੀ ਸੀ, ਕਿਉਂਕਿ ਪਰਮੇਸ਼ਰ ਤੁਹਾਨੂੰ ਆਸ਼ੀਸ਼ ਦੇਣਾ ਚਾਹੁੰਦੇ ਨੇ, ਬਰਕਤ ਦੇਣਾ ਚਾਹੁੰਦੇ ਨੇ। ਪਰਮੇਸ਼ਰ ਦੀ ਤੁਹਾਡੇ ਭਲਾਈ ਦੇ ਲਈ ਇੱਕ ਬਹੁਤ ਵੱਡੀ ਯੋਜਨਾ ਹੈ ਔਰ ਪਰਮੇਸ਼ਰ ਤੁਹਾਡੀ ਜ਼ਿੰਦਗੀ 'ਚ ਗਹਿਰਾ ਕੰਮ ਕਰਨਾ ਚਾਹੁੰਦੇ ਨੇ, ਲੇਕਿਨ ਪਰਮੇਸ਼ਰ ਦੇ ਨਾਲ ਪਿਆਰ ਕਰਨਾ ਬਹੁਤ ਜ਼ਰੂਰੀ ਹੈ। ਪ੍ਰਭੂ ਯਿਸੂ ਮਸੀਹ ਨੇ ਕਿਹਾ, ਜੇ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ ਤਾਂ ਜੋ ਮੈਂ ਕਹਿੰਦਾ ਉਹ ਜ਼ਰੂਰ ਕਰੋਗੇ। ਸੋ ਪਾਸਟਰ ਜੀ, ਤੁਹਾਡਾ ਬਹੁਤ ਧੰਨਵਾਦ। ਔਰ ਥੋੜ੍ਹਾ ਜਿਹਾ ਤੁਸੀਂ ਆਪਣੀ ਸੇਵਕਾਈ ਬਾਰੇ ਥੋੜ੍ਹਾ ਹੋਰ ਦੱਸੋ ਕਿ ਤੁਸੀਂ ਦੱਸਿਆ ਕਿ 2009 ਤੋਂ ਲੈ ਕੇ 2015 ਅੱਜ ਹਜ਼ਾਰਾਂ ਲੋਕ ਨੇ ਜਿਹੜੇ ਪ੍ਰਭੂ ਯਿਸੂ ਮਸੀਹ ਦਾ ਵਚਨ ਸੁਣ ਕੇ, ਜਦੋਂ ਤੁਸੀਂ ਪਰਮੇਸ਼ਰ ਦੇ ਵਚਨ ਉਹਨਾਂ ਨੂੰ ਸੁਣਾਏ ਤੇ ਉਹਨਾਂ ਦੀ ਜ਼ਿੰਦਗੀ ਬਦਲੀ। ਮੈਂ ਚਾਹੁੰਦਾ ਕਿ ਆਖਰੀ 1-2 ਮਿੰਟਾਂ ਵਿੱਚ ਤੁਸੀਂ ਦਰਸ਼ਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਮੇਰਾ ਸੰਦੇਸ਼ ਫਿਰ ਉਹੀ ਹੈ ਜੀ ਕਿ ਪਰਮੇਸ਼ਵਰ ਜਦੋਂ ਤੁਹਾਨੂੰ ਬੁਲਾਏ, ਆਤਮਿਕ ਅੱਖਾਂ ਦੇ ਨਾਲ ਚੱਲੋ। ਤੁਹਾਡੇ ਦੁੱਖ ਤੁਹਾਡੀ ਪਰਮੇਸ਼ਵਰ ਦੀ ਮਹਿਮਾ ਲਈ ਤੁਹਾਡੀ ਜ਼ਿੰਦਗੀ ਦੇ ਵਿੱਚ ਲਿਖਿਆ। ਇੱਕ ਬੰਦਾ ਅੰਨਾ ਸੀਗਾ, ਜਦੋਂ ਪਰਮੇਸ਼ਵਰ ਨੇ ਕਿਹਾ, ਚੇਲਿਆਂ ਨੇ ਪੁੱਛਿਆ, ਪ੍ਰਭੂ ਇਹ ਅੰਨਾ ਕਿਉਂ ਜੰਮਿਆ? ਇਹਨੇ ਪਾਪ ਕੀਤਾ ਕਿ ਇਹਦੇ ਮਾਤਾ ਪਿਤਾ ਨੇ? ਪਰਮੇਸ਼ਵਰ ਨੇ ਕਿਹਾ, ਨਾ ਇਹਨੇ ਕੀਤਾ ਨਾ ਇਹਦੇ ਮਾਤਾ ਪਿਤਾ ਨੇ। ਇਹ ਇਸ ਲਈ ਅੰਨਾ ਜੰਮਿਆ ਕਿ ਮੈਂ ਇਹਦੇ ਸਿਰ ਤੇ ਹੱਥ ਰੱਖਾਂ, ਇਹਦੀਆਂ ਅੱਖਾਂ ਨੂੰ ਖੋਲਾਂ ਔਰ ਪਰਮੇਸ਼ਵਰ ਦੀ ਮਹਿਮਾ ਹੋਏ। ਅਗਰ ਅਸੀਂ ਚਾਹੁੰਦੇ ਹਾਂ ਕਿ ਪਰਮੇਸ਼ਵਰ ਨੇ ਜਿਹੜੇ ਮਕਸਦ ਲਈ ਸਾਨੂੰ ਆਪਣੇ ਕੋਲ ਬੁਲਾਇਆ, ਹੁਣ ਅਸੀਂ ਅਗਰ ਬਾਈਬਲ 'ਚ ਦੇਖਦੇ ਹਾਂ ਤੇ ਮੂਸਾ ਨੇ ਕਿਹਾ ਸੀ ਕਿ ਤੁਹਾਡੇ ਵਿੱਚੋਂ ਪਰਮੇਸ਼ਵਰ ਮੇਰੇ ਵਰਗਾ ਇੱਕ ਭਵਿੱਖਦੱਤਾ ਉਠਾਏਗਾ, ਉਹਦੀ ਸੁਣਨਾ।
ਉਹਦੀ ਸੁਣਨਾ। ਜੀ। ਅੱਜ ਸਾਨੂੰ ਯੀਸ਼ੂ ਮਸੀਹ ਨੂੰ ਸੁਣਨ ਦੀ ਲੋੜ ਹੈ। ਆਮੀਨ। ਆਪਣੀ ਬਿਮਾਰੀ 'ਚ, ਆਪਣੇ ਕਲੇਸ਼ਾਂ 'ਚ, ਆਪਣੀ ਗਰੀਬੀ, ਜੋ ਵੀ ਇਸ ਦੁਨੀਆ ਦੇ 'ਚ ਮਿਲੇ ਹੈ, ਅਗਰ ਤੁਸੀਂ ਪਰਮੇਸ਼ਵਰ ਨੂੰ ਸੁਣ ਲਿਆ, ਤੁਹਾਡੀ ਪ੍ਰੋਬਲਮ ਸੋਲਵ ਹੈ। ਆਮੀਨ। ਸੋ ਸੱਚਮੁੱਚ ਸਾਨੂੰ ਪਰਮੇਸ਼ਰ ਨੂੰ ਸੁਣਨ ਦੀ ਲੋੜ ਹੈ, ਪਰਮੇਸ਼ਰ ਦੇ ਹੁਕਮਾਂ ਦੇ ਚੱਲਣ ਦੀ ਲੋੜ ਹੈ, ਪਰਮੇਸ਼ਰ ਦੇ ਨਾਲ ਪਿਆਰ ਕਰਨ ਦੀ ਲੋੜ ਹੈ। ਔਰ ਜੇ ਤੁਸੀਂ ਪ੍ਰਭੂ ਨੂੰ ਜਾਣਦੇ ਹੋ ਲੇਕਿਨ ਤੁਸੀਂ ਜੇ ਜ਼ਿੰਦਗੀ ਆਪਣੀ ਦੁੱਖਾਂ 'ਚ ਜੀ ਰਹੇ ਹੋ, ਵਿਸ਼ਵਾਸ ਕਰੋ ਪਰਮੇਸ਼ਰ ਤੁਹਾਨੂੰ ਬਣਾ ਰਹੇ ਨੇ। ਅਸੀਂ ਮਿੱਟੀ ਹਾਂ, ਉਹ ਕੁਮਹਾਰ ਹੈ, ਉਹ ਵਫਾਦਾਰ ਹੈ ਅਤੇ ਉਹ ਸਾਡੀ ਜ਼ਿੰਦਗੀਆਂ ਨੂੰ ਬਣਾਉਂਦੇ ਨੇ, ਕਿਉਂਕਿ ਉਹਨਾਂ ਦੇ ਸਾਡੀ ਜ਼ਿੰਦਗੀ ਤੋਂ ਇੱਕ ਮਕਸਦ ਹੈ। ਪਰਮੇਸ਼ਰ 'ਤੇ ਭਰੋਸਾ ਰੱਖਦੇ ਰਹੋ, ਪਰਮੇਸ਼ਰ 'ਤੇ ਵਿਸ਼ਵਾਸ ਕਰਦੇ ਰਹੋ। ਪ੍ਰਭੂ ਯੀਸ਼ੂ ਮਸੀਹ ਰਾਹ, ਸੱਚਾਈ ਅਤੇ ਜ਼ਿੰਦਗੀ ਨੇ, ਔਰ ਉਹ ਸਾਨੂੰ ਸਦੀਪਕ ਜ਼ਿੰਦਗੀ, ਹਮੇਸ਼ਾ ਦੀ ਜ਼ਿੰਦਗੀ ਦੇਣ ਦਾ ਉਹਨਾਂ ਨੇ ਵਾਅਦਾ ਕੀਤਾ ਹੈ। ਪਾਸਟਰ ਜੀ, ਤੁਹਾਡਾ ਬਹੁਤ ਧੰਨਵਾਦ, ਤੁਸੀਂ ਸਾਡੇ ਇਸ ਪ੍ਰੋਗਰਾਮ ਵਿੱਚ ਆਏ। ਪਰਮੇਸ਼ਰ ਤੁਹਾਨੂੰ ਹੋਰ ਵੱਧ ਚੜ੍ਹ ਕੇ ਇਸਤੇਮਾਲ ਕਰਨ, ਔਰ ਅਸੀਂ ਚਾਹਾਂਗੇ ਕਿ ਤੁਸੀਂ ਦੁਬਾਰਾ ਸਾਡੇ ਪ੍ਰੋਗਰਾਮ ਵਿੱਚ ਜ਼ਰੂਰ ਆਓ। ਔਰ ਮੈਂ ਜਾਣਦਾ ਦਰਸ਼ਕ ਵੀ ਤੁਹਾਡੇ ਕੋਲ ਹੋਰ ਸੁਣਨਾ ਚਾਹਣਗੇ। ਮੈਂ ਚਾਹੁੰਦਾ ਇਸੇ ਲਈ ਦਰਸ਼ਕ ਸਾਡੇ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ। ਅਸੀਂ ਵਿਸ਼ਵਾਸ ਕਰਦੇ ਹਾਂ ਕਿ ਪਾਸਟਰ ਜੀ ਦਾ ਪ੍ਰੋਗਰਾਮ ਬਹੁਤ ਜਲਦ ਦੁਬਾਰਾ ਸਾਡੇ ਨਾਲ ਹੋਏਗਾ ਔਰ ਤੁਸੀਂ ਪਰਮੇਸ਼ਰ ਦੀਆਂ ਬਰਕਤਾਂ ਪਾਓਗੇ। ਔਰ ਮੈਂ ਚਾਹੁੰਦਾ ਪਾਸਟਰ ਜੀ, ਇਸ ਤੋਂ ਪਹਿਲਾਂ ਕਿ ਅਸੀਂ ਜਾਈਏ, ਥੋੜਾ ਜਿਹਾ ਸਮੇਂ ਬਚਿਆ ਹੈ ਤਾਂ ਛੋਟੀ ਜਿਹੀ ਇੱਕ ਦਰਸ਼ਕਾਂ ਲਈ ਪ੍ਰਾਰਥਨਾ ਜ਼ਰੂਰ। ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬਿਮਾਰਾਂ ਲਈ, ਸਭ ਰੋਗੀਆਂ ਲਈ, ਸਭ ਲੋਕਾਂ ਲਈ। प्रभु यीशु मसीह अपने हाथ से कैमरे वाल बताने पिता यीशु मसीह के सामर्थ्य नाम में पिता, जो लोग इस प्रोग्राम को देख रहे हैं, तेरा आत्मा प्रभु उन्होंने दी जिंदगियां दे विच काम करें। तू उन्होंने छू मेरे सामर्थ्य परमेश्वर। रोगियां नूं छू। बाइबल च लिखा तेरे कोड़े खान दे नाल असीं चंगे हो चुके हैं। चंगियाई इन्हां दी जिंदगियां दे विच आए मेरे पिता परमेश्वर। बाइबल च लिखा तू किसी धर्म या जात नूं बदलन दे लई नहीं, बल्कि सानूं बदलन दे लई मारिया गया, गाड़िया गया और तीसरे दिन मुर्दियां तू जी उठ्या। तेरे उद्धार दा आत्मा इन्हां लोगां दी जिंदगियां दे विच काम करे मेरे पिता परमेश्वर। इन्हां दे बीमार शरीरां नूं छू और आजाद कर और चंगा कर मेरे सामर्थी परमेश्वर। यीशु मसीह दे सामर्थी नाम च हर बीमारी नूं असीं डांटदे हां, झिड़कदे हां। यीशु मसीह दे नाम च इन्हां दी जिंदगियां नूं छड्ड के हो जांदी रहे। पिता तेरा आत्मा इन्हां दी अगुवाई करे उन्हां जगहां दी चर्चां दे वल जिथे तेरा पवित्र आत्मा दे द्वारा तेरा वचन प्रचार हुंदा है मेरे पिता परमेश्वर, जिसे तेरे नाम दी महिमा हुंदी है मेरे पिता परमेश्वर। इन्हां लोगां दी अगुवाई कर, इन्हां दी आत्मिक अखां नूं खोल मेरे सामर्थी परमेश्वर। तेरा पवित्र आत्मा इन्हां नूं छूए, इन्हां दे घरानियां नूं छूए मेरे पिता। इन्हां सारियां नूं तेरे लहू दे विच ढकदे हां मेरे पिता परमेश्वर। तुहाडे नाम दी महिमा इन्हां दी जिंदगियां च होए, प्रभु यीशु मसीह दे सामर्थी नाम दे विच मंगदे हां, आमीन।